ਮੇਰਾ ਨਾਮ ਸ਼ੀਤਲ ਹੈ। ਮੈਂ ਆਪਣੇ ਪਰਿਵਾਰ ਵਿੱਚ ਸਭ ਤੋਂ ਵੱਧ ਬੋਲਣ ਵਾਲੀ ਅਤੇ ਬੁਲੰਦ ਕੁੜੀ ਹਾਂ। ਮੈਨੂੰ ਮਸਤੀ ਕਰਨਾ ਪਸੰਦ ਸੀ। ਮੈਂ ਆਪਣੀਆਂ ਸ਼ਰਾਰਤਾਂ ਨਾਲ ਸਭ ਦਾ ਦਿਲ ਜਿੱਤ ਲੈਂਦੀ ਸੀ। ਅਸੀਂ ਪਿੰਡ ਦੇ ਰਹਿਣ ਵਾਲੇ ਸਧਾਰਨ ਲੋਕ ਸੀ। ਮੇਰੇ ਪਰਿਵਾਰ ਵਿੱਚ ਮੇਰੇ ਤੋਂ ਇਲਾਵਾ ਹਰ ਕੋਈ ਬਹੁਤ ਸਿੱਧਾ ਸੀ। ਮੈਂ ਬਹੁਤ ਬੁਲੰਦ ਕਿਸਮ ਦੀ ਕੁੜੀ ਹਾਂ। ਮੇਰੇ ਘਰ 4 ਮੱਝਾਂ ਸਨ। ਮੇਰੇ ਪਿਤਾ ਦੁੱਧ ਵੇਚਦੇ ਸਨ। ਦੁੱਧ ਲੈਣ ਲਈ ਇੱਕ ਔਰਤ ਵੱਡੀ ਢੋਲੀ ਲੈ ਕੇ ਸਾਡੇ ਘਰ ਆਉਂਦੀ ਸੀ ਅਤੇ ਪੂਰੇ ਹਫ਼ਤੇ ਦਾ ਦੁੱਧ ਇੱਕ ਵਾਰ ਵਿੱਚ ਲੈ ਕੇ ਜਾਂਦੀ ਸੀ। ਅਸੀਂ ਸਾਰੇ ਉਸ ਨੂੰ ਵੱਡੀ ਅੰਮਾ ਕਹਿੰਦੇ ਸੀ। ਅਸੀਂ ਸਾਰੇ ਵੱਡੀ ਅੰਮਾ ਨੂੰ ਚੰਗੀ ਤਰ੍ਹਾਂ ਜਾਣਦੇ ਸੀ। ਅਕਸਰ ਉਹ ਸਾਡੇ ਲਈ ਖਾਣ ਪੀਣ ਦਾ ਸਮਾਨ ਲੈ ਕੇ ਆਉਂਦੀ ਸੀ। ਵੱਡੀ ਅੰਮਾ ਕਈ ਸਾਲਾਂ ਤੋਂ ਸਾਡੇ ਘਰ ਆ ਰਹੀ ਸੀ। ਇਸ ਦੁਨੀਆ ਵਿੱਚ ਉਸ ਦਾ ਆਪਣਾ ਕੋਈ ਨਹੀਂ ਸੀ। ਇਸੇ ਲਈ ਮੇਰੀ ਮਾਂ ਉਹਨਾਂ ਨੂੰ ਮੁਫਤ ਵਿੱਚ ਦੁੱਧ ਦਿੰਦੀ ਸੀ। ਸਾਡੇ ਘਰ ਹੀ ਨਹੀਂ, ਉਹ ਹਫ਼ਤੇ ਵਿੱਚ ਇੱਕ ਵਾਰ ਸਾਰਿਆਂ ਦੇ ਘਰ ਜਾਂਦੀ ਸੀ। ਜਿਨ੍ਹਾਂ ਦੇ ਵੀ ਘਰ ਉਹ ਜਾਂਦੀ ਸੀ ਉੱਥੋਂ ਕੁਝ ਨਾ ਕੁਝ ਲੈ ਕੇ ਆਉਂਦੀ ਸੀ, ਜਾਂ ਪਰਿਵਾਰ ਦੇ ਮੈਂਬਰ ਉਹਨਾਂ ਨੂੰ ਆਪਣੀ ਖੁਸ਼ੀ ਨਾਲ ਕੁਝ ਨਾ ਕੁਝ ਦੇ ਦਿੰਦੇ ਸਨ। ਜਿਨ੍ਹਾਂ ਘਰਾਂ ਵਿੱਚ ਉਹ ਜਾਂਦੀ ਸੀ ਉਹਨਾਂ ਘਰਾਂ ਵਿੱਚ ਉਹ ਮਸ਼ਹੂਰ ਸੀ ਕਿ ਵੱਡੀ ਅੰਮਾ ਦੇ ਹੱਥਾਂ ਵਿੱਚ ਬਹੁਤ ਬਰਕਤ ਹੈ। ਜਿਸ ਦੇ ਘਰੋਂ ਕੋਈ ਚੀਜ਼ ਲੈ ਕੇ ਜਾਂਦੀ ਹੈ ਉਹਨਾਂ ਦੇ ਘਰੋਂ ਬਰਕਤ ਕਦੇ ਵੀ ਖਤਮ ਨਹੀਂ ਹੁੰਦੀ। ਮੈਂ ਉਸ ਸਮੇਂ ਬੱਚੀ ਸੀ ਜਦੋਂ ਵੱਡੀ ਅੰਮਾ ਸਾਡੇ ਘਰ ਆਉਂਦੀ ਸੀ। ਮੈਂ ਉਹਨਾਂ ਦੇ ਮੋਢੇ ਨਾਲ ਚਿੰਬੜ ਕੇ ਸ਼ਰਾਰਤਾਂ ਕਰਦੀ ਸੀ ਅਤੇ ਉਹ ਮੈਨੂੰ ਬਹੁਤ ਪਿਆਰ ਕਰਦੀ ਸੀ। ਮੇਰੀਆਂ ਗੱਲਾਂ ਤੇ ਹੱਥ ਫੇਰਦੀ ਸੀ। ਅਸੀਂ ਸਾਰੇ ਬੱਚੇ ਵੱਡੀ ਅੰਮਾ ਦੇ ਪਿੱਛੇ ਪਿੱਛੇ ਰਹਿੰਦੇ ਸੀ। ਉਹ ਜਿੱਥੇ ਵੀ ਜਾਂਦੀ ਸੀ ਅਸੀਂ ਉਸ ਦੇ ਨਾਲ ਜਾਂਦੇ ਸੀ ਅਤੇ ਉਸ ਨੂੰ ਪਿੰਡ ਤੋਂ ਬਾਹਰ ਕਰਕੇ ਹੀ ਵਾਪਸ ਆਉਂਦੇ ਸੀ। ਮੈਨੂੰ ਲੋਕਾਂ ਦੀਆਂ ਗੱਲਾਂ ਝੂਠ ਲੱਗਦੀਆਂ ਸੀ ਕਿ ਅੰਮਾ ਜੋ ਵੀ ਚੀਜ਼ ਲੈ ਕੇ ਜਾਂਦੀ ਹੈ ਉਹਨਾਂ ਦੇ ਘਰ ਵਿੱਚ ਬਰਕਤ ਆ ਜਾਂਦੀ ਹੈ, ਕਿਉਂਕਿ ਹਰ ਮੰਗਲਵਾਰ ਜਦੋਂ ਉਹ ਸਾਡੇ ਘਰੋਂ ਦੁੱਧ ਲੈ ਕੇ ਜਾਂਦੀ ਸੀ ਤਾਂ ਉਸ ਦਿਨ ਸਾਨੂੰ ਦੁੱਧ ਦੀ ਕਮੀ ਹੋ ਜਾਂਦੀ ਸੀ। ਕਈ ਵਾਰ ਬਿੱਲੀ ਸਾਡਾ ਦੁੱਧ ਪੀ ਲੈਂਦੀ ਸੀ, ਜਾਂ ਜਿਸ ਮੱਝ ਦਾ ਦੁੱਧ ਲੈ ਲੈਂਦੀ ਸੀ ਉਹ ਮੱਝ ਬਿਮਾਰ ਹੋ ਜਾਂਦੀ ਸੀ, ਜਾਂ ਦੁੱਧ ਡੁੱਲ ਜਾਂਦਾ ਸੀ। ਜੇਕਰ ਇਹ ਸਭ ਨਾ ਹੁੰਦਾ ਤਾਂ ਦੁੱਧ ਖਰਾਬ ਹੋ ਜਾਂਦਾ, ਪਰ ਅਜਿਹਾ ਹਰ ਵਾਰ ਨਹੀਂ ਹੁੰਦਾ। ਕਦੇ ਕਤਾਈ ਹੋ ਜਾਂਦਾ ਸੀ। ਮੇਰੀ ਮਾਂ ਬਹੁਤ ਸਿੱਧੀ ਸਾਦੀ ਸੀ। ਉਸ ਨੇ ਇਹਨਾਂ ਗੱਲਾਂ ਵੱਲ ਕਦੇ ਧਿਆਨ ਨਹੀਂ ਦਿੱਤਾ। ਮੈਂ ਅਕਸਰ ਆਪਣੀ ਮਾਂ ਦਾ ਧਿਆਨ ਇਹਨਾਂ ਗੱਲਾਂ ਤੇ ਲੈ ਕੇ ਆਉਣਾ ਚਾਹੁੰਦੀ ਸੀ ਅਤੇ ਉਹ ਇਹ ਕਹਿਣ ਲਈ ਮਜਬੂਰ ਹੋ ਜਾਂਦੀ ਸੀ ਕਿ ਸ਼ੀਤਲ ਪੁੱਤਰ ਕਦੇ ਵੀ ਮਨੁੱਖ ਦੀ ਬੁਰਾਈ ਨਹੀਂ ਕਰਦੇ। ਤੁਸੀਂ ਦੇਖੋ, ਜਦੋਂ ਅੰਮਾ ਦੁੱਧ ਨਹੀਂ ਲੈ ਕੇ ਜਾਂਦੀ ਤਾਂ ਦੁੱਧ ਖਰਾਬ ਹੋ ਜਾਂਦਾ ਹੈ। ਇਹ ਮੱਝ ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਬਿਮਾਰ ਹੋ ਜਾਂਦੀ ਹੈ ਅਤੇ ਬੀਤੀ ਰਾਤ ਹੀ ਤੁਹਾਡੀ ਲਾਪਰਵਾਹੀ ਕਾਰਨ ਬਿੱਲੀ ਨੇ ਸਾਰਾ ਦੁੱਧ ਪੀ ਲਿਆ। ਹੁਣ ਤੁਸੀਂ ਇਸ ਦਾ ਵੀ ਦੋਸ਼ ਵੱਡੀ ਅੰਮਾ ਤੇ ਪਾਓਗੇ। ਮੈਂ ਤਾਂ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਚੁੱਪ ਹੋ ਜਾਂਦੀ ਸੀ। ਮੈਨੂੰ ਬਾਰ-ਬਾਰ ਅਜਿਹਾ ਮਹਿਸੂਸ ਹੁੰਦਾ ਸੀ ਭਾਵੇਂ ਮੇਰੀ ਵੱਡੀ ਅੰਮਾ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਹ ਮੇਰੀ ਬਹੁਤ ਤਾਰੀਫ ਕਰਦੀ ਸੀ ਅਤੇ ਮੈਨੂੰ ਖਾਣ ਲਈ ਪਨੀਰ ਅਤੇ ਪੈਸੇ ਦਿੰਦੀ ਸੀ। ਇਸ ਤਰ੍ਹਾਂ ਹੀ ਮੈਂ ਵੱਡੀ ਹੋ ਗਈ। ਹੁਣ ਮੈਂ 18 ਸਾਲ ਦੀ ਸੀ। ਹੁਣ ਮੈਂ ਪੂਰੀ ਤਰ੍ਹਾਂ ਭੁੱਲ ਗਈ ਸੀ ਕਿ ਵੱਡੀ ਅੰਮਾ ਦੇ ਕਾਰਨ ਕੁਝ ਵੀ ਹੁੰਦਾ ਹੈ, ਪਰ ਮੇਰੀ ਉਮਰ ਦੇ ਇਸ ਵਾਧੇ ਨੇ ਮੇਰੇ ਸਾਹਮਣੇ ਇੱਕ ਨਵਾਂ ਮੁੱਦਾ ਲਿਆ ਦਿੱਤਾ। ਜਦੋਂ ਮੈਂ 18 ਸਾਲ ਦੀ ਸੀ ਤਾਂ ਮੈਂ ਚੰਗੀ ਤਰ੍ਹਾਂ ਸਮਝ ਗਈ ਸੀ ਕਿ ਸਾਡੇ ਘਰ ਵਿੱਚ ਬਹੁਤ ਸਫਾਈ ਹੈ। ਹਰ ਕੋਈ ਰੋਜ਼ ਨਹਾਉਂਦਾ ਹੈ, ਪਰ ਵੱਡੀ ਅੰਮਾ ਬਹੁਤ ਗੰਦੀ ਰਹਿੰਦੀ ਸੀ। ਉਸ ਦੇ ਸਰੀਰ ਵਿੱਚੋਂ ਵੀ ਬਦਬੂ ਆ ਰਹੀ ਸੀ। ਮੈਂ ਮਾਂ ਨੂੰ ਕਿਹਾ ਕਿ ਵੱਡੀ ਅੰਮਾ ਦੀ ਗੰਦਗੀ ਵੱਲ ਧਿਆਨ ਦਿਓ। ਮਾਂ ਨੇ ਤਾਂ ਮੈਨੂੰ ਦੁਬਾਰਾ ਫਿਰ ਡਾਂਟਿਆ ਅਤੇ ਆਖਿਆ ਕਿ ਉਹ ਸਾਫ਼ ਸਫਾਈ ਕਰੇ ਜਾਂ ਨਾ ਕਰੇ, ਤੁਹਾਡਾ ਕੀ ਮਤਲਬ ਹੈ। ਹਰ ਮਾਮਲੇ ਵਿੱਚ ਬੇਵਜ੍ਹਾ ਆਪਣੀ ਚੁੰਝ ਨਾ ਲੜਾਇਆ ਕਰੋ। ਮਾਂ ਦੀ ਡਾਂਟ ਦੀ ਵਜ੍ਹਾ ਕਰਕੇ ਮੈਂ ਇਹ ਵੀ ਭੁੱਲ ਗਈ, ਪਰ ਇੱਕ ਹਫ਼ਤਾ ਵੱਡੀ ਅੰਮਾ ਨਾ ਆਈ। ਮੈਂ ਬਹੁਤ ਘਬਰਾਹਟ ਵਿੱਚ ਸੀ ਕਿ ਇਹ ਕੀ ਹੋ ਗਿਆ ਕਿ ਵੱਡੀ ਅੰਮਾ ਦੁੱਧ ਲੈਣ ਨਹੀਂ ਆਈ। ਮੈਂ ਹਰ ਰੋਜ਼ ਮਾਂ ਨੂੰ ਕਹਿੰਦੀ ਕਿ ਵੱਡੀ ਅੰਮਾ ਕਿਉਂ ਨਹੀਂ ਆਉਂਦੀ, ਹੁਣ ਉਸ ਨੂੰ ਕੀ ਹੋ ਗਿਆ ਹੈ, ਕਿਉਂਕਿ ਅਸੀਂ ਅਜਿਹਾ ਕਦੇ ਨਹੀਂ ਦੇਖਿਆ ਹੈ ਕਿ ਉਹ ਸਾਡੇ ਘਰ ਨਹੀਂ ਆਈ ਜਾਂ ਉਸ ਨੇ ਕਿਸੇ ਦਿਨ ਛੁੱਟੀ ਲਈ ਹੈ, ਪਰ ਉਹ ਪੂਰਾ ਮਹੀਨਾ ਨਹੀਂ ਆਈ। ਮਾਂ ਵੀ ਫਿਕਰਮੰਦ ਸੀ ਕਿ ਵੱਡੀ ਅੰਮਾ ਕਿਉਂ ਨਹੀਂ ਆ ਰਹੀ। ਪਤਾ ਨਹੀਂ ਗਰੀਬ ਨੂੰ ਕਿਹੜੀ ਮੁਸੀਬਤ ਆਈ ਹੈ, ਕਿਤੇ ਉਹ ਮਰ ਤਾਂ ਨਹੀਂ ਗਈ। ਮੈਨੂੰ ਵੀ ਇਸ ਗੱਲ ਤੇ ਦੁੱਖ ਹੋਇਆ ਸੀ ਕਿ ਉਹ ਬਹੁਤ ਚੰਗੀ ਔਰਤ ਸੀ। ਪਤਾ ਨਹੀਂ ਉਸ ਗਰੀਬ ਬੁੱਢੀ ਨਾਲ ਕੀ ਬੀਤਦੀ ਹੋਵੇਗੀ ਜੋ ਇੱਥੇ ਨਹੀਂ ਆ ਰਹੀ। ਸਾਨੂੰ ਉਸ ਦੇ ਘਰ ਬਾਰੇ ਵੀ ਪਤਾ ਨਹੀਂ ਸੀ। ਉਸ ਦਾ ਘਰ ਕਿੱਥੇ ਹੈ, ਨਹੀਂ ਤਾਂ ਜਾ ਕੇ ਉਹਨਾਂ ਬਾਰੇ ਪਤਾ ਲਗਾ ਲੈਂਦੇ। ਖੈਰ, ਅਜਿਹੀ ਸਥਿਤੀ ਨਹੀਂ ਆਈ ਅਤੇ ਅਗਲੇ ਮਹੀਨੇ ਉਹ ਕੰਮਦੀ ਹੋਈ ਸਾਡੇ ਘਰ ਆ ਗਈ।
ਇੱਕ ਇੱਕ ਕਰਕੇ ਸਾਰੇ ਉਸ ਨੂੰ ਪੁੱਛ ਰਹੇ ਸਨ ਕਿ ਅਜਿਹਾ ਕੀ ਹੋ ਗਿਆ ਕਿ ਤੁਸੀਂ ਪੂਰੇ 2 ਮਹੀਨੇ ਇੱਥੇ ਨਹੀਂ ਆਏ। ਅਸੀਂ ਤੁਹਾਡੇ ਲਈ ਬਹੁਤ ਚਿੰਤਤ ਸੀ ਅਤੇ ਪਤਾ ਨਹੀਂ ਅਸੀਂ ਕੀ ਸੋਚ ਰਹੇ ਸੀ। ਪਰ ਉਸਨੇ ਕੁਝ ਜਵਾਬ ਨਾ ਦਿੱਤਾ, ਉਹ ਬਸ ਮੁਸਕਰਾ ਰਹੀ ਸੀ। ਮੈਂ ਕਿਹਾ, ਵੱਡੀ ਮਾਂ, ਅਸੀਂ ਤੁਹਾਡੇ ਲਈ ਬਹੁਤ ਚਿੰਤਤ ਸੀ ਅਤੇ ਤੁਸੀਂ ਟੂਥਪੇਸਟ ਦੀ ਮਸ਼ਹੂਰੀ ਕਰ ਰਹੇ ਹੋ। ਦੱਸੋ ਕਿੱਥੇ ਸੀ ਇੰਨੇ ਦਿਨਾਂ ਤੋਂ? ਮੈਂ ਝਿਜਕਦੇ ਹੋਏ ਉਹਨਾਂ ਨੂੰ ਪੁੱਛਿਆ ਤੇ ਮਾਂ ਮੈਨੂੰ ਘੂਰ ਕੇ ਦੇਖਣ ਲੱਗੀ। ਵੱਡੀ ਅੰਮਾ ਮੈਨੂੰ ਕਹਿਣ ਲੱਗੀ, ਬਸ ਬੇਟੀ ਰਾਣੀ, ਹੁਣ ਤੂੰ ਆਪਣੀ ਜ਼ੁਬਾਨ ਤੇ ਤਾਲਾ ਲਗਾ ਲੈ, ਕਿਉਂਕਿ ਮੈਂ ਤੇਰੇ ਲਈ ਬਹੁਤ ਵਧੀਆ ਰਿਸ਼ਤਾ ਲੈ ਕੇ ਆਈ ਹਾਂ। ਅੰਮਾ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਈ ਤੇ ਹਰ ਕੋਈ ਉਸ ਵੱਲ ਹੈਰਾਨੀ ਨਾਲ ਦੇਖ ਰਿਹਾ ਸੀ। ਸਾਰਿਆਂ ਨੂੰ ਪਤਾ ਸੀ ਕਿ ਮੈਨੂੰ ਵਿਆਹ ਕਰਵਾਉਣ ਦਾ ਬਹੁਤ ਸ਼ੌਂਕ ਸੀ। ਮੈਂ ਝੱਟ ਉੱਠ ਕੇ ਵੱਡੀ ਅੰਮਾ ਦੇ ਮੋਢੇ ਫੜ ਕੇ ਬੱਚੇ ਵਾਂਗ ਪੁੱਛਿਆ ਕਿ ਤੁਸੀਂ ਮੈਨੂੰ ਕਦੋਂ ਦਿਖਾ ਰਹੇ ਹੋ ਤਸਵੀਰ ਮੇਰੇ ਹੋਣ ਵਾਲੇ ਲਾੜੇ ਦੀ? ਮਾਂ ਮੇਰੀਆਂ ਗੱਲਾਂ ਸੁਣ ਕੇ ਮੁਸਕਰਾਉਣ ਲੱਗੀ ਅਤੇ ਦਾਦੀ ਵੀ ਉੱਚੀ ਉੱਚੀ ਹੱਸਣ ਲੱਗੀ। ਮੇਰੀ ਮਾਸੀ ਹਾਏ ਰੱਬਾ ਕਹਿ ਕੇ ਅੰਦਰ ਚਲੀ ਗਈ ਅਤੇ ਮੈਂ ਹਜੇ ਵੀ ਵੱਡੀ ਅੰਮਾ ਦੇ ਮੋਢਿਆਂ ਤੇ ਸ਼ਰਾਰਤ ਨਾਲ ਲਟਕ ਰਹੀ ਸੀ। ਮੇਰੀ ਮਾਂ ਕਹਿਣ ਲੱਗੀ, ਦੱਸੋ ਵੱਡੀ ਅੰਮਾ, ਰਿਸ਼ਤਾ ਕਿੱਥੋਂ ਲੈ ਕੇ ਆਈ ਹੋ? ਵੱਡੀ ਮਾਂ ਨੇ ਕਿਹਾ, ਸ਼ੀਤਲ ਦੀ ਮਾਂ, ਮੇਰੀ ਇੱਕ ਭੈਣ ਨੇੜੇ ਦੇ ਪਿੰਡ ਵਿੱਚ ਰਹਿੰਦੀ ਹੈ। ਉਸ ਦੇ ਪਤੀ ਦਾ ਦੇਹਾਂਤ ਹੋ ਗਿਆ ਹੈ। ਉਸ ਦੀ ਲੜਕੀ ਹੈ, ਉਹ ਵੀ ਕੁਝ ਦਿਨਾਂ ਬਾਅਦ ਵਿਆਹ ਕਰਵਾ ਕੇ ਸਹੁਰੇ ਘਰ ਚਲੀ ਜਾਵੇਗੀ। ਇੱਕ ਜਵਾਨ ਪੁੱਤਰ ਹੈ, ਪੜ੍ਹਿਆ ਲਿਖਿਆ ਅਤੇ ਸੁੰਦਰ। ਮੈਂ ਸ਼ੀਤਲ ਦਾ ਰਿਸ਼ਤਾ ਉਸ ਦੇ ਬੇਟੇ ਲਈ ਲੈ ਕੇ ਆਈ ਹਾਂ। ਤੁਸੀਂ ਆਪਣੇ ਘਰ ਵਿੱਚ ਹਰ ਕਿਸੇ ਨਾਲ ਗੱਲ ਕਰੋ ਅਤੇ ਹਾਂ ਨਾ ਕਰੋ, ਕਿਉਂਕਿ ਰਿਸ਼ਤਾ ਬਹੁਤ ਵਧੀਆ ਹੈ। ਜਿੰਨਾ ਸਮਾਂ ਤੁਸੀਂ ਸੋਚਣਾ ਚਾਹੁੰਦੇ ਹੋ ਸੋਚੋ, ਪਰ ਹਾਂ ਜਵਾਬ ਮੇਰੀ ਪਸੰਦ ਦਾ ਹੋਣਾ ਚਾਹੀਦਾ ਹੈ। ਇਨਕਾਰ ਨਾ ਕਰੋ। ਇਹ ਸਭ ਕੁਝ ਵਾਪਰਨ ਤੋਂ ਬਾਅਦ ਵੱਡੀ ਅੰਮਾ ਸਾਡਾ ਘਰ ਛੱਡ ਗਈ ਸੀ। ਦੂਜੇ ਪਾਸੇ ਮੇਰੀ ਮਾਂ ਡੂੰਘੀ ਸੋਚ ਵਿੱਚ ਡੁੱਬੀ ਹੋਈ ਸੀ। ਸੱਚ ਕਹਾਂ ਤਾਂ ਮੈਨੂੰ ਇਹ ਰਿਸ਼ਤਾ ਬਿਲਕੁਲ ਵੀ ਪਸੰਦ ਨਹੀਂ ਸੀ। ਮੈਂ ਸ਼ਹਿਰ ਵਿੱਚ ਵਿਆਹ ਕਰਵਾਉਣਾ ਚਾਹੁੰਦੀ ਸੀ ਅਤੇ ਵੱਡੀ ਮਾਂ ਸਾਡੇ ਗੁਆਂਢੀ ਪਿੰਡ ਤੋਂ ਹੀ ਰਿਸ਼ਤਾ ਲੈ ਕੇ ਆਈ ਸੀ। ਪਰ ਮਾਂ ਨੂੰ ਇਹ ਸੋਚਦਿਆਂ ਦੇਖ ਕੇ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹ ਉੱਥੇ ਮੇਰਾ ਵਿਆਹ ਕਰਵਾ ਦੇਣਗੇ। ਮੈਂ ਆਪਣੀ ਮਾਂ ਨੂੰ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਮੈਨੂੰ ਇਹ ਰਿਸ਼ਤਾ ਪਸੰਦ ਨਹੀਂ ਹੈ। ਵੱਡੀ ਅੰਮਾ ਜਿਵੇਂ ਖੁਦ ਹੈ ਵੈਸਾ ਹੀ ਮੇਰਾ ਰਿਸ਼ਤਾ ਲੈ ਕੇ ਆਈ ਹੋਵੇਗੀ। ਮੈਂ ਕਿਸੇ ਵੀ ਹਾਲਤ ਵਿੱਚ ਉੱਥੇ ਵਿਆਹ ਨਹੀਂ ਕਰਾਂਗੀ। ਮੇਰੀ ਗੱਲ ਸੁਣ ਕੇ ਮਾਂ ਨੇ ਡੂੰਘਾ ਸਾਹ ਲਿਆ ਤੇ ਮੈਨੂੰ ਯਕੀਨ ਦਿਵਾਇਆ ਕਿ ਸ਼ੀਤਲ, ਤੁਹਾਡੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਹੋਵੇਗਾ। ਮਾਂ ਦੀ ਗੱਲ ਸੁਣ ਕੇ ਮੈਨੂੰ ਰਾਹਤ ਮਿਲੀ। ਜਦੋਂ ਪਿਤਾ ਜੀ ਸ਼ਾਮ ਨੂੰ ਘਰ ਆਏ ਤਾਂ ਮਾਂ ਨੇ ਪਿਤਾ ਜੀ ਨੂੰ ਰਿਸ਼ਤੇ ਦੀ ਸਾਰੀ ਗੱਲ ਦੱਸੀ, ਜਿਸ ਤੇ ਪਿਤਾ ਜੀ ਨੇ ਸਿਰ ਹਿਲਾ ਕੇ ਚਾਹ ਪੀਣੀ ਸ਼ੁਰੂ ਕਰ ਦਿੱਤੀ। ਇਹ ਮੇਰੇ ਲਈ ਬਹੁਤ ਚੰਗਾ ਸੀ ਕਿ ਕਿਸੇ ਨੇ ਵੀ ਇਸ ਨੂੰ ਬਹੁਤ ਧਿਆਨ ਨਾਲ ਨਹੀਂ ਸੁਣਿਆ, ਭਾਵ ਕਿਸੇ ਨੇ ਇਸ ਰਿਸ਼ਤੇ ਵਿੱਚ ਕੋਈ ਦਿਲਚਸਪੀ ਨਹੀਂ ਲਈ। ਪਰ ਅਚਾਨਕ ਵੱਡੀ ਅੰਮਾ ਘਰ ਆਈ ਅਤੇ ਆਪਣੇ ਨਾਲ ਮਠਿਆਈ ਦਾ ਡੱਬਾ ਲੈ ਆਈ। ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਜ਼ਬਰਦਸਤੀ ਮਠਿਆਈ ਖਵਾਈ, ਜੋ ਮੈਨੂੰ ਆਪਣੀ ਮਰਜ਼ੀ ਦੇ ਵਿਰੁੱਧ ਖਾਣੀ ਪਈ। ਫਿਰ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਮਠਿਆਈ ਖਵਾ ਕੇ ਉਹ ਕੁਰਸੀ ਤੇ ਬੈਠ ਗਈ। ਦੇਖੋ ਤੁਹਾਡੀ ਧੀ ਦੀ ਕਿਸਮਤ ਕਿੰਨੀ ਚੰਗੀ ਹੈ। ਕੱਲ ਮੈਂ ਰਿਸ਼ਤੇ ਬਾਰੇ ਦੱਸ ਕੇ ਚਲੀ ਗਈ ਅਤੇ ਅੱਜ ਰਿਤੇਸ਼ ਨੂੰ ਨੌਕਰੀ ਵਿੱਚ ਤਰੱਕੀ ਹੋ ਗਈ। ਹੁਣ ਤੁਸੀਂ ਸਿਰਫ ਹਾਂ ਕਹੋ, ਮੈਂ ਤੁਹਾਨੂੰ ਭਰੋਸਾ ਦਿਵਾਉਂਦੀ ਹਾਂ ਤੁਹਾਡੀ ਸ਼ੀਤਲ ਉੱਥੇ ਬਹੁਤ ਖੁਸ਼ ਹੋਵੇਗੀ। ਪਿਤਾ ਜੀ ਬਜ਼ੁਰਗ ਮਾਂ ਦੀ ਗੱਲ ਨਾਲ ਕੁਝ ਹੱਦ ਤੱਕ ਸਹਿਮਤ ਹੁੰਦੇ ਜਾਪਦੇ ਸਨ ਅਤੇ ਕਹਿ ਰਹੀ ਕਿ ਮੈਨੂੰ ਅੱਜ ਹੀ ਹਾਂ ਚਾਹੀਦੀ ਹੈ, ਜਰਾ ਜਲਦੀ ਹਾਂ ਕਰੋ, ਫਿਰ ਮੈਂ ਮੁੰਡੇ ਦੀ ਮਾਂ ਨੂੰ ਸ਼ਗਨ ਲਈ ਲੈ ਕੇ ਆਵਾਂਗੀ। ਇਸ ਤੇ ਮਾਂ ਨੇ ਸਿਰ ਫੇਰ ਕੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੀ, ਦੇਖੋ ਸ਼ੀਤਲ ਖੜੀ ਹੈ, ਤੇਰੇ ਹੱਥਾਂ ਦੀ ਇਹ ਪਲੀ ਵਧੀ ਹੈ, ਉਹਨੂੰ ਵੀ ਇੱਕ ਵਾਰ ਪੁੱਛ ਲਓ। ਜੇ ਉਸ ਨੇ ਹਾਂ ਕਰ ਦਿੱਤੀ ਤਾਂ ਕੱਲ ਦੀ ਥਾਂ ਅੱਜ ਹੀ ਮੁੰਡੇ ਵਾਲਿਆਂ ਨੂੰ ਹਾਂ ਕਰ ਦੇਣਾ। ਮਾਂ ਵਾਂਗ ਪਿਤਾ ਨੇ ਵੀ ਸਿਰ ਹਿਲਾ ਕੇ ਫੈਸਲਾ ਮੇਰੇ ਤੇ ਛੱਡ ਦਿੱਤਾ। ਮੈਂ ਤਾਂ ਹਰ ਵਾਰ ਬਿਨਾਂ ਝਿਜਕ ਸਭ ਕੁਝ ਕਰ ਦਿੰਦੀ ਸੀ, ਪਰ ਮੈਂ ਇਨਕਾਰ ਕਰਨਾ ਚਾਹੁੰਦੀ ਸੀ। ਪਰ ਪਤਾ ਨਹੀਂ ਕਿਵੇਂ ਮੇਰਾ ਸਿਰ ਇਨਕਾਰ ਦੀ ਬਜਾਏ ਹਾਂ ਵਿੱਚ ਬਦਲ ਗਿਆ। ਮੈਂ ਖੁਦ ਹੈਰਾਨ ਸੀ ਕਿ ਮੈਂ ਅਜਿਹਾ ਕਿਉਂ ਕੀਤਾ। ਮੈਂ ਇਸ ਨੂੰ ਆਪਣੇ ਮੂੰਹ ਨਾਲ ਨਹੀਂ ਕਰਨਾ ਚਾਹੁੰਦੀ ਸੀ। ਪਤਾ ਨਹੀਂ ਕਿਵੇਂ ਮੇਰੇ ਮੂੰਹ ਹਾਂ ਨਿਕਲ ਗਈ। ਮੇਰੀ ਹਾਲਤ ਬੜੀ ਅਜੀਬ ਹੋ ਗਈ ਸੀ। ਮੈਂ ਹਾਂ ਕਹਿਣ ਸਾਰ ਹੀ ਮਠਿਆਈ ਦਾ ਅੱਧਾ ਡੱਬਾ ਫਿਰ ਚੰਗੇ ਮਨ ਨਾਲ ਖੋਲ੍ਹਿਆ ਅਤੇ ਸਾਰਿਆਂ ਨੂੰ ਖਵਾਉਂਦੀ ਰਹੀ। ਪਰਿਵਾਰ ਦੇ ਸਾਰੇ ਮੈਂਬਰ ਬਹੁਤ ਖੁਸ਼ ਸਨ। ਮੈਂ ਵੀ ਖੁਸ਼ ਸੀ। ਮੈਨੂੰ ਵੀ ਇਹ ਸਭ ਪਸੰਦ ਆ ਗਿਆ ਸੀ।
ਪਰ ਇਹ ਮੇਰੇ ਅੰਦਰ ਲੁਕਿਆ ਨਹੀਂ ਸੀ। ਮੇਰਾ ਦਿਲ ਕਹਿ ਰਿਹਾ ਸੀ ਕਿ ਤੈਨੂੰ ਨਾ ਕਹਿਣਾ ਚਾਹੀਦਾ ਸੀ, ਪਰ ਤੂੰ ਹਾਂ ਵਿੱਚ ਸਿਰ ਹਿਲਾ ਕੇ ਚੰਗਾ ਨਹੀਂ ਕੀਤਾ। ਹੈਰਾਨੀ ਦੀ ਗੱਲ ਇਹ ਸੀ ਕਿ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਨਾ ਸਿਰਫ ਖੁਸ਼ ਸਨ, ਸਗੋਂ ਬਹੁਤ ਖੁਸ਼ ਸਨ। ਪਰ ਇਹ ਸਭ ਅਚਾਨਕ ਵਾਪਰਿਆ। ਨਾਲ ਇਸ ਦੌਰਾਨ ਮੇਰੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ, ਪਰ ਅਸੀਂ ਨਾ ਚਾਹੁੰਦੇ ਹੋਏ ਵੀ ਖੁਸ਼ੀ ਨਾਲ ਤਿਆਰੀ ਕਿਵੇਂ ਕਰ ਰਹੇ ਹਾਂ। ਦਾਦੀ ਮਾਂ ਅਤੇ ਚਾਚੀ ਮਿਲ ਕੇ ਮੇਰੇ ਨਾਲ ਮਜ਼ਾਕ ਕਰਦੇ ਰਹਿੰਦੇ ਸਨ। ਅਸੀਂ ਇੱਕ ਦੂਜੇ ਨੂੰ ਬਹੁਤ ਤੰਗ ਕਰਦੇ ਸੀ। ਇਸ ਤਰ੍ਹਾਂ ਹੱਸਦੇ ਖੇਡਦੇ ਅਸੀਂ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸੀ। ਪਿਤਾ ਜੀ ਵੀ ਮੇਰੇ ਲਈ ਬਹੁਤ ਖੁਸ਼ ਸਨ ਅਤੇ ਉਹਨਾਂ ਨੇ ਬਹੁਤ ਵਧੀਆ ਕਿਸਮ ਦਾ ਫਰਨੀਚਰ ਮੰਗਵਾਇਆ ਸੀ। ਮੇਰੇ ਦਾਜ ਦਾ ਸਮਾਨ ਆਉਣਾ ਸ਼ੁਰੂ ਹੋ ਗਿਆ ਸੀ। ਸਾਰੇ ਪਿੰਡ ਦੀਆਂ ਕੰਮ ਕਰਨ ਵਾਲੀਆਂ ਔਰਤਾਂ ਸਵੇਰੇ ਸਾਡੇ ਘਰ ਇਕੱਠੀਆਂ ਹੋ ਜਾਂਦੀਆਂ ਸਨ। ਕੋਈ ਕੁਝ ਕੰਮ ਕਰਵਾਉਂਦੀ ਅਤੇ ਕੋਈ ਕੁਝ। ਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਟਾਈਮ ਦਾ ਪਤਾ ਹੀ ਨਹੀਂ ਲੱਗਾ। ਰਾਤ ਨੂੰ ਜਦੋਂ ਮੈਂ ਸਾਰੇ ਕੰਮਾਂ ਤੋਂ ਵਿਹਲੀ ਹੋ ਕੇ ਆਪਣੇ ਬਿਸਤਰੇ ਤੇ ਲੇਟ ਗਈ ਤਾਂ ਮੇਰੇ ਮਨ ਵਿੱਚ ਇੱਕ ਖਿਆਲ ਆਇਆ ਅਤੇ ਮੇਰਾ ਦਿਲ ਨੂੰ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ, ਜਿਵੇਂ ਕੋਈ ਮੈਨੂੰ ਵਿਆਹ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਮੈਂ ਇਸ ਬਾਰੇ ਬਹੁਤ ਸੋਚਿਆ ਤੇ ਧਿਆਨ ਲਾਇਆ, ਪਰ ਨਾ ਤਾਂ ਮੈਨੂੰ ਇਨਕਾਰ ਕਰਨ ਦਾ ਕਾਰਨ ਸਮਝ ਆਇਆ ਅਤੇ ਨਾ ਹੀ ਇੰਨਾ ਕੁਝ ਹੋਣ ਦੀ। ਹੁਣ ਮੇਰੇ ਵਿਆਹ ਨੂੰ 5 ਦਿਨ ਬਾਕੀ ਸਨ। ਵੱਡੀ ਮਾਂ ਫਿਰ ਸਾਡੇ ਘਰ ਆਈ, ਪਰ ਉਸ ਤੋਂ ਪਹਿਲਾਂ ਹੀ ਉਸ ਨੇ ਲੜਕੇ ਵਾਲਿਆਂ ਨੂੰ ਮੇਰੇ ਪਰਿਵਾਰ ਨਾਲ ਮਿਲਾ ਦਿੱਤਾ ਸੀ। ਮੈਨੂੰ ਆਪਣੀ ਸੱਸ ਅਤੇ ਨਨਾਣ ਦੋਵੇਂ ਬਹੁਤ ਪਸੰਦ ਸਨ। ਮੇਰੇ ਸਹੁਰੇ ਘਰ ਵਿੱਚ ਮੇਰੀ ਸੱਸ, ਇੱਕ ਛੋਟੀ ਨਣਦ ਅਤੇ ਮੇਰਾ ਪਤੀ ਇਕੱਠੇ ਰਹਿੰਦੇ ਸਨ। ਮੈਂ ਆਪਣੇ ਹੋਣ ਵਾਲੇ ਪਤੀ ਦੀ ਫੋਟੋ ਦੇਖ ਰਹੀ ਸੀ। ਫੋਟੋ ਉਹ ਕਾਫੀ ਸਮਾਰਟ ਅਤੇ ਪੜ੍ਹਿਆ ਲਿਖਿਆ ਨਜ਼ਰ ਆ ਰਿਹਾ ਸੀ। ਉਸ ਦਿਨ ਵੱਡੀ ਅੰਮਾ ਸਵੇਰੇ ਸਾਡੇ ਘਰ ਆਈ ਅਤੇ ਮੇਰੇ ਲਈ ਇੱਕ ਬਹੁਤ ਹੀ ਸੁੰਦਰ ਅਤੇ ਸਾਦਾ ਲਾਲ ਲਹਿੰਗਾ ਲੈ ਕੇ ਆਈ ਅਤੇ ਕਿਹਾ ਕਿ ਤੁਸੀਂ ਇਹ ਲਹਿੰਗਾ ਆਪਣੇ ਵਿਆਹ ਵਾਲੇ ਦਿਨ ਪਹਿਨਣਾ। ਮੈਂ ਇਹ ਲਹਿੰਗਾ ਤੁਹਾਡੇ ਲਈ ਲੰਬੇ ਸਮੇਂ ਤੋਂ ਬਣਾ ਕੇ ਰੱਖਿਆ ਹੋਇਆ ਸੀ। ਤੁਹਾਨੂੰ ਆਪਣੇ ਵਿਆਹ ਵਾਲੇ ਦਿਨ ਇਸ ਨੂੰ ਪਹਿਨਣਾ ਪਵੇਗਾ ਅਤੇ ਇਸ ਨੂੰ ਪਹਿਨ ਕੇ ਹੀ ਤੁਸੀਂ ਘਰ ਤੋਂ ਵਿਦਾ ਹੋਵੋਗੇ। ਉਹ ਲਹਿੰਗਾ ਚੰਗੀ ਕੁਆਲਿਟੀ ਦਾ ਨਹੀਂ ਸੀ, ਪਰ ਮੈਨੂੰ ਇਹ ਪਸੰਦ ਆਇਆ ਕਿਉਂਕਿ ਮੇਰੀ ਵੱਡੀ ਅੰਮਾ ਨੇ ਮੈਨੂੰ ਬਹੁਤ ਪਿਆਰ ਨਾਲ ਇਹ ਲਹਿੰਗਾ ਗਿਫਟ ਕੀਤਾ ਸੀ। ਮੇਰੇ ਵਿਆਹ ਦਾ ਲਹਿੰਗਾ ਪਹਿਲਾਂ ਹੀ ਬਣਿਆ ਹੋਇਆ ਸੀ, ਪਰ ਵੱਡੀ ਅੰਮਾ ਦੀ ਗੱਲ ਮੰਨਣ ਲਈ ਮੈਂ ਉਹ ਲਹਿੰਗਾ ਪਹਿਨਣ ਲਈ ਤਿਆਰ ਹੋ ਗਈ ਅਤੇ ਫੈਸਲਾ ਹੋਇਆ ਕਿ ਇਸ ਨੂੰ ਪਹਿਨ ਕੇ ਆਪਣੇ ਸਹੁਰੇ ਘਰ ਜਾਵਾਂਗੀ। ਹੌਲੀ ਮੇਰੇ ਵਿਆਹ ਦਾ ਦਿਨ ਵੀ ਆ ਗਿਆ, ਪਰ ਮੈਂ ਨਹੀਂ ਜਾਣਦੀ ਸੀ ਕਿ ਆਉਣ ਵਾਲਾ ਉਹ ਖੁਸ਼ਕਿਸਮਤ ਦਿਨ ਮੇਰੀ ਸਾਰੀ ਜ਼ਿੰਦਗੀ ਬਰਬਾਦ ਕਰਨ ਵਾਲਾ ਸੀ। ਸਿਰਫ ਇਸ ਦਿਨ ਲਈ ਕੋਈ ਬਹੁਤ ਪਹਿਲਾਂ ਤੋਂ ਤਿਆਰੀ ਵਿੱਚ ਰੁੱਝਿਆ ਹੋਇਆ ਸੀ ਅਤੇ ਹੁਣ ਉਹ ਤਿਆਰੀ ਮੇਰੇ ਸਹੁਰੇ ਘਰ ਜਾਣ ਤੋਂ ਬਾਅਦ ਹੀ ਪੂਰੀ ਹੋ ਸਕਦੀ ਸੀ। ਵਿਆਹ ਵਾਲੇ ਦਿਨ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਮਾਂ ਪਿਓ ਦਾਦੀ ਹਰ ਕੋਈ ਮੈਨੂੰ ਗਲੇ ਲਗਾ ਕੇ ਚੁੱਪ ਕਰਵਾ ਰਿਹਾ ਸੀ ਅਤੇ ਮੈਨੂੰ ਜੱਫੀ ਪਾ ਰਹੇ ਸੀ ਕਿਉਂਕਿ ਮੈਂ ਆਪਣੇ ਘਰ ਦੀ ਸਭ ਤੋਂ ਪਿਆਰੀ ਧੀ ਸੀ। ਮੇਰੀ ਮਾਂ ਕਹਿੰਦੀ ਸੀ ਕਿ ਮੈਂ ਇਸ ਘਰ ਦੀ ਸੁੰਦਰਤਾ ਹਾਂ। ਦਾਦੀ ਨੇ ਵੀ ਕਈ ਵਾਰ ਚੁੱਪਚਾਪ ਆਪਣੇ ਹੰਝੂ ਪੁੰਝੇ ਸਨ। ਖੈਰ, ਜਿਵੇਂ ਹੀ ਰਤੇਸ਼ ਨੇ ਮੇਰੀ ਮੰਗ 'ਚ ਸੰਧੂਰ ਭਰ ਦਿੱਤਾ, ਉਸ ਤੋਂ ਬਾਅਦ ਮੈਂ ਆਪਣੇ ਆਪ ਤੇ ਕਾਬੂ ਨਾ ਰੱਖ ਸਕੀ ਅਤੇ ਵਿਦਾਈ ਦੇ ਸਮੇਂ ਅਸਾਂ ਉੱਚੀ ਰੋਣ ਲੱਗੀ। ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਅਤੇ ਮੈਂ ਉੱਥੇ ਹੀ ਬੇਹੋਸ਼ ਹੋ ਗਈ। ਬਰਾਤ ਵਿੱਚ ਆਏ ਸਾਰੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਕਿ ਲਾੜੀ ਨੂੰ ਕੀ ਹੋ ਗਿਆ। ਬੇਹੋਸ਼ ਹੋਣ ਤੇ ਵੱਡੀ ਅੰਮਾ ਸਭ ਤੋਂ ਜ਼ਿਆਦਾ ਪਰੇਸ਼ਾਨ ਸੀ। ਮੇਰੀ ਸੱਸ ਨੂੰ ਬਿਲਕੁਲ ਵੀ ਇਤਰਾਜ਼ ਨਹੀਂ ਸੀ। ਜਦੋਂ ਮੈਂ ਬੇਹੋਸ਼ ਹੋ ਗਈ ਤਾਂ ਡਾਕਟਰ ਨੂੰ ਬੁਲਾਇਆ ਗਿਆ। ਜਦੋਂ ਡਾਕਟਰ ਆਇਆ ਤਾਂ ਉਸ ਨੇ ਕਿਹਾ ਕਿ ਮੈਂ ਬਹੁਤ ਟੈਨਸ਼ਨ ਲਈ ਹੈ। ਸਿਹਤ ਖਰਾਬ ਹੋਣ ਕਾਰਨ ਹਫ਼ਤੇ ਬਾਅਦ ਮੈਨੂੰ ਵਿਦਾ ਕਰਨਾ ਪਿਆ। ਵੱਡੀ ਮਾਂ ਬਹੁਤ ਚਾਹੁੰਦੀ ਸੀ ਕਿ ਮੈਨੂੰ ਹੁਣੇ ਵਿਦਾ ਹੋ ਕੇ ਆਪਣੇ ਸਹੁਰੇ ਘਰ ਜਾਣਾ ਚਾਹੀਦਾ ਹੈ, ਪਰ ਮੇਰੇ ਪਰਿਵਾਰ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ। ਅਜੇ ਤੱਕ ਕਿਸੇ ਨੇ ਮੇਰੇ ਵਿਆਹ ਦੀ ਮਠਿਆਈ ਵੀ ਨਹੀਂ ਖਾਧੀ ਸੀ। ਜਦੋਂ ਮੈਂ ਬੇਹੋਸ਼ ਹੋ ਗਈ, ਮੇਰੀ ਸੱਸ ਬਾਰ-ਬਾਰ ਵੱਡੀ ਅੰਮਾ ਵੱਲ ਦੇਖ ਰਹੀ ਸੀ ਅਤੇ ਵੱਡੀ ਅੰਮਾ ਮੇਰੀ ਸੱਸ ਵੱਲ ਦੇਖ ਰਹੀ ਸੀ। ਦੋਹਾਂ ਦਾ ਮੂੰਹ ਉੱਡਿਆ ਹੋਇਆ ਸੀ। ਬੇਝਿਜਕ ਮੇਰੇ ਸਹੁਰੇ ਵਾਪਸ ਚਲੇ ਗਏ।
ਅਤੇ ਮੈਨੂੰ 1 ਹਫ਼ਤੇ ਦਾ ਸਮਾਂ ਹੋਰ ਮਿਲ ਗਿਆ। ਉਸ 1 ਹਫ਼ਤੇ ਵਿੱਚ ਮੈਨੂੰ ਇੱਕ ਗੱਲ ਬਹੁਤ ਜ਼ਿਆਦਾ ਮਹਿਸੂਸ ਹੋਈ। ਵੱਡੀ ਅੰਮਾ ਸਾਰਾ ਹਫ਼ਤਾ ਹਰ ਰੋਜ਼ ਸਾਡੇ ਘਰ ਆਉਂਦੀ ਰਹੀ। ਹੁਣ ਮੈਨੂੰ ਵੱਡੀ ਮਾਂ ਨਾਲ ਚਿੜ ਆ ਰਹੀ ਸੀ। ਕਦੇ ਉਹ ਮੇਰੀ ਸਿਹਤ ਲਈ ਫਲ ਲੈ ਕੇ ਆਉਂਦੀ ਤੇ ਕਦੇ ਮੇਰੀ ਪਸੰਦ ਦਾ ਖਾਣਾ ਲੈ ਕੇ ਆਉਂਦੀ। ਵੱਡੀ ਅੰਮਾ ਜੋ ਵੀ ਲੈ ਕੇ ਆਉਂਦੀ ਸੀ ਉਸ ਨੂੰ ਖਾਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ। ਮੇਰਾ ਦਿਲ ਬਾਰ-ਬਾਰ ਉਸ ਨੂੰ ਨਾ ਕਹਿਣ ਨੂੰ ਕਰਦਾ ਸੀ। ਮੈਂ ਉਸ ਨੂੰ ਮਿਲਣਾ ਵੀ ਨਹੀਂ ਚਾਹੁੰਦੀ ਸੀ, ਪਰ ਜਦੋਂ ਉਹ ਮੈਨੂੰ ਬਾਰ-ਬਾਰ ਮਿਲਣ ਲਈ ਜਿੱਦ ਕਰਦੀ ਸੀ ਤਾਂ ਮੈਂ ਉਸ ਨੂੰ ਦੇਖ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਸੀ ਅਤੇ ਸੌਣ ਦਾ ਬਹਾਨਾ ਕਰਦੀ ਸੀ। ਮੈਨੂੰ ਉਹਨਾਂ ਨੂੰ ਦੇਖ ਕੇ ਖਿਝ ਆ ਰਹੀ ਸੀ। ਪਤਾ ਨਹੀਂ ਕਿਉਂ, ਪਰ ਪਰਿਵਾਰ ਦੇ ਸਾਰੇ ਮੈਂਬਰ ਉਸ ਦੀ ਬਹੁਤ ਆਓ ਭਗਤ ਕਰਦੇ। ਜਦੋਂ ਉਹ ਆਉਂਦੀ ਸੀ ਤਾਂ ਮਾਂ ਉਸ ਲਈ ਚੰਗੇ ਪਕਵਾਨ ਬਣਾਉਂਦੀ ਸੀ ਅਤੇ ਇਸ ਸਭ ਨੇ ਮੈਨੂੰ ਹੋਰ ਵੀ ਗੁੱਸਾ ਆਉਂਦਾ ਸੀ ਕਿ ਅਜਿਹਾ ਗੰਦੀ ਅਤੇ ਭੀਖ ਮੰਗਣ ਵਾਲੀ ਔਰਤ ਲਈ ਇੰਨੇ ਪ੍ਰਬੰਧ ਕੀਤੇ ਜਾਂਦੇ ਹਨ। ਮੇਰੇ ਵਿਦਾ ਹੋਣ ਤੋਂ 1 ਦਿਨ ਪਹਿਲਾਂ ਉਹ ਮੇਰੇ ਲਈ ਮਿੱਠੇ ਚੌਲਾਂ ਦਾ ਇੱਕ ਪਤੀਲਾ ਲੈ ਕੇ ਆਈ ਸੀ। ਉਸ ਸਮੇਂ ਮੈਨੂੰ ਉਸ ਤੇ ਬਹੁਤ ਗੁੱਸਾ ਆਇਆ ਅਤੇ ਇਸੇ ਲਈ ਉਹਨਾਂ ਚੌਲਾਂ ਨੂੰ ਦੇਖਿਆ ਵੀ ਨਹੀਂ। ਪਰ ਅੱਧੀ ਰਾਤ ਨੂੰ ਜਦੋਂ ਮੈਨੂੰ ਭੁੱਖ ਲੱਗੀ ਤਾਂ ਮੈਂ ਸੋਚਿਆ ਕਿ ਵੱਡੀ ਅੰਮਾ ਚੌਲ ਲੈ ਕੇ ਆਈ ਸੀ। ਪਹਿਲਾਂ ਵੀ ਮੈਂ ਜੋ ਉਹ ਲਿਆਉਂਦੀ ਸੀ ਖਾ ਲਿਆ ਕਰਦੀ ਸੀ। ਜਦੋਂ ਮੈਂ ਚੌਲ ਲੈਣ ਰਸੋਈ ਵਿੱਚ ਗਈ ਤਾਂ ਪਤੀਲਾ ਬਿਲਕੁਲ ਖਾਲੀ ਪਿਆ ਸੀ, ਜਿਸ ਨੂੰ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ। ਖੈਰ, ਮੈਂ ਚਾਹ ਬਣਾ ਕੇ ਪੀਤੀ ਅਤੇ ਆਪਣੇ ਕਮਰੇ ਵਿੱਚ ਆ ਕੇ ਲੇਟ ਕੇ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਸੋਚਣ ਲੱਗੀ। ਅਚਾਨਕ ਮੈਂ ਬਹੁਤ ਦੁਖੀ ਹੋਣ ਲੱਗੀ ਕਿ ਪਤਾ ਨਹੀਂ ਕਿਉਂ ਮੈਂ ਇਸ ਵਿਆਹ ਲਈ ਹਾਂ ਕਹਿ ਦਿੱਤੀ ਸੀ। ਹੁਣ ਵੱਡੀ ਅੰਮਾ ਸਾਰੀ ਉਮਰ ਮੇਰੇ ਉੱਤੇ ਆਪਣਾ ਹੁਕਮ ਚਲਾਏਗੀ। ਜਿਹੜੀ ਔਰਤ ਦੂਜੇ ਦੇ ਘਰੋਂ ਭੀਖ ਮੰਗ ਕੇ ਗੁਜ਼ਾਰਾ ਕਰਦੀ ਹੈ, ਹੁਣ ਉਹ ਮੈਨੂੰ ਹੁਕਮ ਦੇਵੇਗੀ। ਕਿਉਂਕਿ ਮੈਂ ਸੁਣਿਆ ਸੀ ਕਿ ਵੱਡੀ ਅੰਮਾ ਦੀ ਰਿਤੇਸ਼ ਦੇ ਘਰ ਬਹੁਤ ਚੱਲਦੀ ਸੀ ਅਤੇ ਇਹ ਸਿਰਫ ਰਿਤੇਸ਼ ਦੇ ਘਰ ਹੀ ਨਹੀਂ, ਸਗੋਂ ਆਲੇ ਦੁਆਲੇ ਦੇ ਪਿੰਡਾਂ 'ਚ ਵੀ ਅਜੇ ਕਈ ਘਰ ਹਨ ਜਿੱਥੇ ਉਹ ਕਈ ਘਰਾਂ ਨੂੰ ਜਾਣਦੀ ਸੀ। ਉੱਥੇ ਉਸ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਸੀ। ਪਰ ਸਾਡਾ ਸੁਭਾਅ ਅਜਿਹਾ ਨਹੀਂ ਸੀ। ਮੇਰੇ ਪਰਿਵਾਰ ਵਾਲੇ ਉਸ ਨੂੰ ਇੱਕ ਹੱਦ ਵਿੱਚ ਰਹਿ ਕੇ ਮਿਲਦੇ ਸਨ, ਪਰ ਉਹ ਖੁਦ ਸਾਡੇ ਘਰ ਆਉਂਦੀ ਜਾਂਦੀ ਰਹਿੰਦੀ ਸੀ। ਕੁਝ ਲੋਕ ਕਹਿੰਦੇ ਸਨ ਕਿ ਸਾਨੂੰ ਵੱਡੀ ਅੰਮਾ ਕਰਕੇ ਬਹੁਤ ਸਾਰੀਆਂ ਖੁਸ਼ੀਆਂ ਮਿਲੀਆਂ ਹਨ। ਜਿਵੇਂ ਉਹ ਸਾਨੂੰ ਦੱਸਦੀ ਹੈ, ਸਾਡੀ ਖੁਸ਼ੀ ਵੱਧਦੀ ਜਾਂਦੀ ਹੈ। ਇਹ ਸੋਚ ਕੇ ਵੀ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ। ਮੈਂ ਵੈਸੇ ਵੀ ਕਾਫੀ ਮੂੰਹ ਫੱਟ ਸੀ। ਮੈਂ ਸੋਚਿਆ ਸੀ ਕਿ ਜੇ ਵਿਆਹ ਤੋਂ ਬਾਅਦ ਵੱਡੀ ਅੰਮਾ ਨੇ ਮੇਰੇ ਕਿਸੇ ਵੀ ਮਾਮਲੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਹਨਾਂ ਨੂੰ ਸਾਫ਼ ਇਨਕਾਰ ਕਰ ਦਿਆਂਗੀ। ਮੇਰੀ ਸਾਰੀ ਰਾਤ ਬੜੀ ਬੇਚੈਨੀ ਵਿੱਚ ਬੀਤੀ ਅਤੇ ਅਗਲੇ ਹੀ ਦਿਨ ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਚਲੀ ਗਈ। ਹੁਣ ਵੀ ਵੱਡੀ ਅੰਮਾ ਨੇ ਜ਼ੋਰ ਪਾਇਆ ਕਿ ਮੈਂ ਉਸ ਵੱਲੋਂ ਦਿੱਤਾ ਲਹਿੰਗਾ ਪਹਿਨ ਲਵਾਂ, ਪਰ ਮੈਂ ਉਹ ਲਹਿੰਗਾ ਇੱਕ ਵਾਰ ਪਹਿਨ ਲਿਆ ਸੀ ਤੇ ਦੂਜੇ ਪਾਸੇ ਵੱਡੀ ਅੰਮਾ ਦੇ ਵਿਆਹ ਨੇ ਮੈਨੂੰ ਬੋਰ ਕਰ ਦਿੱਤਾ। ਬੜੀ ਮੁਸ਼ਕਲ ਨਾਲ ਮੈਂ ਆਪਣੀ ਵੱਡੀ ਅੰਮਾ ਨੂੰ ਸਮਝਾਇਆ ਅਤੇ ਮੈਂ ਆਪਣਾ ਤਿਆਰ ਕੀਤਾ ਲਹਿੰਗਾ ਪਾ ਕੇ ਆਪਣੇ ਸਹੁਰੇ ਘਰ ਚਲੀ ਗਈ। ਜਦੋਂ ਮੈਂ ਉੱਥੇ ਗਈ ਤਾਂ ਸੱਸ ਦਾ ਮੂਡ ਤਾਂ ਠੀਕ ਸੀ, ਪਰ ਵੱਡੀ ਮਾਂ ਦਾ ਚਿਹਰਾ ਵਿਗੜਿਆ ਹੋਇਆ ਸੀ, ਜਿਸ ਦੀ ਮੈਨੂੰ ਕੋਈ ਪਰਵਾਹ ਨਹੀਂ ਸੀ। ਉਸ ਸਮੇਂ ਮੈਨੂੰ ਇਹ ਗੱਲ ਸਮਝ ਆ ਗਈ ਸੀ, ਮੇਰੀ ਜ਼ਿੰਦਗੀ ਵਿੱਚ ਕੀਤਾ ਗਿਆ ਫੈਸਲਾ ਮੇਰੇ ਲਈ ਸਭ ਤੋਂ ਗਲਤ ਸਾਬਤ ਹੋਇਆ, ਜੋ ਸਿਰਫ ਅਤੇ ਸਿਰਫ ਮੇਰੇ ਹਾਂ ਕਹਿਣ ਕਾਰਨ ਹੋਇਆ। ਪਰ ਹੁਣ ਮੈਂ ਆਪਣੀ ਜ਼ਿੰਦਗੀ ਖੁਦ ਬਣਾਵਾਂਗੀ ਅਤੇ ਮੈਂ ਵੱਡੀ ਅੰਮਾ ਨੂੰ ਇੰਨਾ ਮੌਕਾ ਨਹੀਂ ਦੇਵਾਂਗੀ ਕਿ ਉਹ ਮੇਰੇ ਕਿਸੇ ਮਾਮਲੇ ਵਿੱਚ ਲੱਤ ਫਸਾ ਸਕੇ। ਸਹੁਰੇ ਘਰ ਆਉਂਦਿਆਂ ਹੀ ਮੈਨੂੰ ਸਭ ਤੋਂ ਪਹਿਲਾਂ ਖੀਰ ਖਵਾਈ ਗਈ, ਪਰ ਮੈਨੂੰ ਆਪਣੀ ਵੱਡੀ ਮਾਂ ਵੱਲੋਂ ਖੀਰ ਖਾਣਾ ਪਸੰਦ ਨਹੀਂ ਆਇਆ ਅਤੇ ਵੈਸੇ ਵੀ ਮੈਨੂੰ ਖੀਰ ਪਸੰਦ ਨਹੀਂ ਸੀ। ਮੈਂ ਵੱਡੀ ਅੰਮਾ ਨੂੰ ਕਿਹਾ ਕਿ ਮੈਂ ਰਾਤ ਨੂੰ ਮਿੱਠਾ ਨਹੀਂ ਖਾਂਦੀ, ਮਾਫ਼ ਕਰਨਾ, ਇਸ ਲਈ ਮੈਂ ਇਹ ਖੀਰ ਨਹੀਂ ਖਾ ਸਕਦੀ। ਮੈਂ ਖੀਰ ਖਾਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਨਾਲ ਵੱਡੀ ਅੰਮਾ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ ਅਤੇ ਮੇਰੀ ਸੱਸ ਨੇ ਖੁਸ਼ੀ ਨਾਲ ਮੇਰੇ ਵੱਲ ਦੇਖਿਆ, ਪਰ ਮੈਂ ਕੁਝ ਨਹੀਂ ਕਰ ਸਕਦੀ ਸੀ ਕਿਉਂਕਿ ਸ਼ਾਇਦ ਕਿਸੇ ਹੋਰ ਨੂੰ ਜਿੰਨਾ ਵਿਆਹ ਦਾ ਸ਼ੌਂਕ ਹੁੰਦਾ ਹੈ, ਮੈਨੂੰ ਆਪਣੇ ਵਿਆਹ ਦੇ ਫੈਸਲੇ ਤੋਂ ਓਨੀ ਹੀ ਨਫ਼ਰਤ ਸੀ। ਮੈਂ ਬਸ ਮਜਬੂਰੀ ਵਿੱਚ ਉੱਥੇ ਖੜੀ ਸੀ। ਫਿਲਹਾਲ ਸਭ ਕੁਝ ਨਜ਼ਰ ਅੰਦਾਜ਼ ਕਰਕੇ ਵੱਡੀ ਅੰਮਾ ਨੇ ਫਿਰ ਤੋਂ ਆਪਣੇ ਰੰਗ ਦਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਰਸਮਾਂ ਸ਼ੁਰੂ ਹੋ ਗਈਆਂ। ਰਾਤ ਨੂੰ ਜਿਵੇਂ ਹੀ ਮੈਨੂੰ ਆਪਣੇ ਕਮਰੇ ਵਿੱਚ ਬਿਠਾਇਆ ਗਿਆ ਤਾਂ ਮੇਰੀ ਸੱਸ ਉੱਥੇ ਆ ਗਈ ਅਤੇ ਉਹੀ ਕੰਮ ਕਰਨ ਲੱਗ ਪਈ ਜੋ ਸੱਸ ਕਰਦੀਆਂ ਹਨ। ਮੈਂ ਸਿਰ ਹਿਲਾ ਕੇ ਉਸ ਦੀ ਸਾਰੀ ਗੱਲ ਸੁਣ ਰਹੀ ਸੀ। ਮੇਰਾ ਉਸ ਦੀ ਗੱਲ ਸੁਣਨ ਦਾ ਬਿਲਕੁਲ ਵੀ ਮਨ ਨਹੀਂ ਸੀ, ਇਸ ਲਈ ਮੈਂ ਚੁੱਪਚਾਪ ਬੈਠੀ ਰਹੀ। ਕਰੀਬ 1 ਘੰਟੇ ਬਾਅਦ ਉਹ ਮੇਰਾ ਦਿਮਾਗ ਖਰਾਬ ਕਰਕੇ ਚਲੀ ਗਈ। ਫਿਰ ਮੇਰੇ ਪਤੀ ਕਮਰੇ ਵਿੱਚ ਆਏ
ਅਤੇ ਉਹ ਵੀ ਮੈਨੂੰ ਦੂਜੇ ਪਤੀਆਂ ਵਾਂਗ ਸਲਾਹ ਦੇਣ ਲੱਗੀ, ਜਿਸ ਨਾਲ ਮੈਨੂੰ ਕੋਈ ਫਰਕ ਨਹੀਂ ਪਿਆ। ਪਰ ਜਦੋਂ ਉਸਨੇ ਕਿਹਾ ਕਿ ਸਾਡੇ ਘਰ ਬਚਪਨ ਤੋਂ ਹੀ ਮਾਸੀ, ਜਿਸ ਨੂੰ ਵੱਡੀ ਅੰਮਾ ਕਹਿ ਕੇ ਬੁਲਾਉਂਦੀ ਸੀ, ਇਸ ਘਰ ਵਿੱਚ ਉਹਨਾਂ ਦਾ ਕਹਿਣਾ ਮੰਨਿਆ ਜਾਂਦਾ ਹੈ। ਸਾਰੇ ਮਾਸੀ ਦਾ ਕਹਿਣਾ ਮੰਨਦੇ ਹਨ, ਤੁਹਾਨੂੰ ਵੀ ਉਹਨਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ ਅਤੇ ਉਹਨਾਂ ਨਾਲ ਬਿਲਕੁਲ ਵੀ ਗਲਤ ਵਿਵਹਾਰ ਨਾ ਕਰਨਾ। ਮੈਂ ਸਭ ਕੁਝ ਬਰਦਾਸ਼ਤ ਕਰ ਸਕਦਾ ਹਾਂ, ਪਰ ਮਾਸੀ ਨਾਲ ਦੁਰਵਿਹਾਰ ਮੈਂ ਬਰਦਾਸ਼ਤ ਨਹੀਂ ਕਰਾਂਗਾ। ਮੈਂ ਆਪਣੇ ਪਤੀ ਨੂੰ ਧਿਆਨ ਵਿੱਚ ਰੱਖ ਕੇ ਮੈਂ ਵੱਡੀ ਮਾਂ ਦੀਆਂ ਗੱਲਾਂ ਸੁਣਨ ਲੱਗੀ। ਉਸ ਕੋਲ ਜਾਣ ਵੇਲੇ ਮੈਂ ਆਪਣਾ ਨੱਕ ਬੰਦ ਕਰ ਲੈਂਦੀ ਸੀ, ਇਸ ਲਈ ਹੁਣ ਮੌਕਾ ਦੇਖਦਿਆਂ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਅਤੇ ਚੁੱਪ ਰਹੀ। ਵਿਆਹ ਦੇ ਅਗਲੇ ਦਿਨ ਵੀ ਵੱਡੀ ਅੰਮਾ ਉਹ ਹਰ ਕੰਮ ਵਿੱਚ ਆਪਣੇ ਆਪ ਨੂੰ ਅੱਗੇ ਰੱਖ ਰਹੀ ਸੀ ਅਤੇ ਹਰ ਕੰਮ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੀ ਸੀ ਅਤੇ ਆਪਣੀ ਰਾਏ ਦੇ ਰਹੀ ਸੀ ਅਤੇ ਮੈਨੂੰ ਦੇਖ ਕੇ ਪਿਆਰ ਨਾਲ ਮੁਸਕਰਾਉਂਦੀ ਸੀ। ਪਰ ਮੈਨੂੰ ਘਿਰਨਾ ਮਹਿਸੂਸ ਹੋਣ ਲੱਗੀ। ਵੈਸੇ ਵੀ ਵਿਆਹ ਹੋ ਚੁੱਕਾ ਸੀ ਅਤੇ ਸਾਰੇ ਮਹਿਮਾਨ ਆਪੋ ਆਪਣੇ ਘਰਾਂ ਨੂੰ ਪਰਤ ਚੁੱਕੇ ਸਨ। ਪਿੱਛੇ ਮੇਰੀ ਸੱਸ ਅਤੇ ਪਤੀ ਸਨ, ਜਿਨ੍ਹਾਂ ਨਾਲ ਮੈਂ ਸਾਰੀ ਉਮਰ ਰਹਿਣਾ ਸੀ। ਪਰ ਮੇਰੀ ਵੱਡੀ ਮਾਂ ਮੇਰੇ ਗਲੇ ਦੀ ਹੱਡੀ ਬਣ ਗਈ ਸੀ, ਜਿਸ ਨੂੰ ਮੈਂ ਨਾ ਤਾਂ ਕੱਢ ਸਕਦੀ ਸੀ ਅਤੇ ਨਾ ਹੀ ਖਾ ਸਕਦੀ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਵੱਡੀ ਮਾਂ ਨੇ ਵੀ ਆਪਣਾ ਸਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਘਰ ਜਾਣ ਲਈ ਤਿਆਰ ਹੋ ਗਈ, ਜਿਸ ਤੇ ਮੈਂ ਸੁੱਖ ਦਾ ਸਾਹ ਲਿਆ। ਨਣਦ ਦਾ ਵਿਵਹਾਰ ਸਧਾਰਨ ਸੀ, ਪਰ ਮੇਰੇ ਪਤੀ ਦਾ ਵਿਵਹਾਰ ਠੀਕ ਸੀ। ਪਰ ਅਜੀਬ ਵਿਵਹਾਰ ਤਾਂ ਮੇਰੀ ਸੱਸ ਦਾ ਸੀ, ਜੋ ਵੱਡੀ ਅੰਮਾ ਦੇ ਜਾਣ ਤੇ ਬਿਨਾਂ ਕਿਸੇ ਕਾਰਨ ਰੋ ਰਹੀ ਸੀ ਅਤੇ ਪਿਆਰ ਨਾਲ ਉਸ ਦੇ ਹੱਥਾਂ ਨੂੰ ਬਾਰ-ਬਾਰ ਚੁੰਮ ਰਹੀ ਸੀ। ਇਸ ਡਰਾਮੇ ਤੋਂ ਬੋਰ ਹੋ ਕੇ ਜਦੋਂ ਮੈਂ ਵਾਪਸ ਜਾਣ ਲੱਗੀ ਤਾਂ ਰਿਤੇਸ਼ ਦੀਆਂ ਗੁੱਸੇ ਭਰੀਆਂ ਅੱਖਾਂ ਮੇਰੇ ਤੇ ਪੈਣ ਲੱਗੀਆਂ। ਮੈਨੂੰ ਆਪਣੀ ਮਰਜ਼ੀ ਦੇ ਵਿਰੁੱਧ ਵੱਡੀ ਅੰਮਾ ਨੂੰ ਜੱਫੀ ਪਾਉਣੀ ਪਈ। ਗਲਵੱਕੜੀ ਪਾਉਂਦੇ ਹੋਏ ਵੱਡੀ ਮਾਂ ਨੇ ਮੈਨੂੰ ਕਿਹਾ, ਕੀ ਹੋਇਆ ਸ਼ੀਤਲ ਬੇਟੀ, ਤੂੰ ਤਾਂ ਮੇਰੀ ਜਾਨ ਹੁੰਦੀ ਸੀ, ਹੁਣ ਤੁਸੀਂ ਮੇਰੇ ਪਾਸਿਓਂ ਇੰਨਾ ਉਖੜੀ ਹੋਈ ਕਿਉਂ ਹੈ? ਕੀ ਮੈਂ ਕੋਈ ਗਲਤੀ ਕੀਤੀ ਹੈ? ਵੱਡੀ ਅੰਮਾ ਨੇ ਮੁਸਕਰਾਹਟ ਨਾਲ ਪੁੱਛਿਆ, ਕਿਉਂਕਿ ਉੱਥੇ ਸਾਰੇ ਮੌਜੂਦ ਸਨ ਅਤੇ ਜੇ ਕੋਈ ਨਾ ਹੁੰਦਾ ਤਾਂ ਮੈਂ ਵੀ ਕਹਿਣਾ ਸੀ ਕਿ ਹਾਂ, ਮੇਰਾ ਦਿਲ ਤੁਹਾਡੇ ਨਾਲ ਗੱਲ ਕਰਨ ਨੂੰ ਨਹੀਂ ਕਰਦਾ। ਮੈਂ ਕਿਹਾ, ਕੁਝ ਨਹੀਂ ਵੱਡੀ ਅੰਮਾ, ਤੁਹਾਨੂੰ ਵਹਿਮ ਹੋਇਆ ਹੈ, ਅਜਿਹਾ ਕੁਝ ਨਹੀਂ ਹੈ ਅਤੇ ਮੈਂ ਆਪਣੀ ਥਾਂ ਤੇ ਵਾਪਸ ਖੜੀ ਹੋ ਗਈ। ਜਦੋਂ ਅਸੀਂ ਉਸ ਨੂੰ ਦਰਵਾਜ਼ੇ ਤੇ ਛੱਡਣ ਲਈ ਗਏ ਤਾਂ ਮਹਿਸੂਸ ਕੀਤਾ ਕਿ ਉਹ ਬਹੁਤ ਡੂੰਘੀਆਂ ਸੋਚਾਂ ਨਾਲ ਮੇਰੇ ਵੱਲ ਦੇਖ ਰਹੀ ਸੀ। ਹੋ ਸਕਦਾ ਹੈ ਕਿ ਉਹ ਮੇਰੇ ਬਾਰੇ ਕੁਝ ਹੋਰ ਸੋਚ ਰਹੀ ਹੋਵੇ, ਪਰ ਮੈਂ ਉਸ ਦੀ ਪਰਵਾਹ ਨਹੀਂ ਕੀਤੀ। ਇਸ ਲਈ ਮੈਂ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਅੰਦਰ ਚਲੀ ਗਈ। ਵਿਆਹ ਦਾ ਸਾਰਾ ਕੰਮ ਪੂਰਾ ਹੋ ਗਿਆ ਸੀ, ਇਸ ਲਈ ਮੈਂ ਘਰ ਦੇ ਕੰਮ-ਕਾਜ ਵੱਲ ਧਿਆਨ ਦਿੱਤਾ। ਇਸ ਘਰ ਵਿੱਚ ਛੋਟੇ ਤੋਂ ਵੱਡੇ ਕੰਮ ਵਿੱਚ ਵੱਡੀ ਮਾਂ ਦੇ ਫੈਸਲੇ ਨੂੰ ਹੀ ਮਹੱਤਵ ਦਿੰਦੇ ਸਨ। ਸਾਡੇ ਘਰ ਨਾ ਰਹਿਣ ਦੇ ਬਾਵਜੂਦ ਉਹ ਸਾਡੇ ਘਰ ਦੇ ਹਰ ਫੈਸਲੇ ਵਿੱਚ ਹਾਜ਼ਰ ਸੀ। ਖੈਰ, ਹੁਣ ਮੈਂ ਸੋਚਿਆ ਕਿ ਇਹ ਔਰਤ ਤਾਂ ਮਰਨ ਤੋਂ ਬਾਅਦ ਹੀ ਇਸ ਘਰ ਦਾ ਖੜਾ ਛੱਡੇਗੀ, ਤਾਂ ਮੈਨੂੰ ਉਸ ਨੂੰ ਨਜ਼ਰਅੰਦਾਜ਼ ਕਰਕੇ ਹੋਰ ਲੋਕਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਇੱਕ ਦਿਨ ਮੈਂ ਦੇਖਿਆ ਕਿ ਮੇਰੀ ਸੱਸ ਬਹੁਤ ਅਜੀਬ ਹਰਕਤਾਂ ਕਰਦੀ ਸੀ। ਖਾਸ ਕਰਕੇ ਉਹ ਰਾਤ ਨੂੰ ਕਾਲੀ ਧੋਤੀ ਪਹਿਨਦੀ ਸੀ ਅਤੇ ਇਸ ਨੂੰ ਪਹਿਨ ਕੇ ਸੌਂ ਜਾਂਦੀ ਸੀ। ਮੈਨੂੰ ਬੜੀ ਹੈਰਾਨੀ ਹੋਈ ਕਿ ਅੱਜ ਦੇ ਯੁੱਗ ਵਿੱਚ ਧੋਤੀ ਕੌਣ ਪਹਿਨਦਾ ਹੈ। ਮੂੰਹ ਫਟ ਹੋਣ ਕਾਰਨ ਮੈਂ ਉਸ ਨੂੰ ਇਹ ਵੀ ਕਹਿ ਦਿੱਤਾ ਕਿ ਮਾਂ, ਤੂੰ ਧੋਤੀ ਪਾ ਕੇ ਕਿਉਂ ਸੌਂਦੀ ਹੈ, ਜਿਸ ਤੇ ਮੇਰੀ ਸੱਸ ਨੂੰ ਬਹੁਤ ਗੁੱਸਾ ਆ ਗਿਆ ਅਤੇ ਉਸ ਨੇ ਗੁੱਸੇ ਵਿੱਚ ਮੇਰੇ ਵੱਲ ਦੇਖਿਆ ਅਤੇ ਕਿਹਾ ਕਿ ਬਹੂ, ਤੈਨੂੰ ਮੇਰੇ ਮਾਮਲੇ ਵਿੱਚ ਬੋਲਣ ਦੀ ਕੋਈ ਲੋੜ ਨਹੀਂ ਹੈ ਤੇ ਮੇਰੀ ਇੱਕ ਗੱਲ ਯਾਦ ਰੱਖੋ, ਜਦੋਂ ਤੱਕ ਮੈਂ ਬਾਹਰ ਨਹੀਂ ਆ ਜਾਂਦੀ ਮੇਰੇ ਕਮਰੇ ਵਿੱਚ ਆਉਣ ਦੀ ਲੋੜ ਨਹੀਂ ਤੇ ਮੇਰੀ ਗੈਰ ਹਾਜ਼ਰੀ ਵਿੱਚ ਤੁਸੀਂ ਮੇਰੇ ਕਮਰੇ ਵਿੱਚ ਪੈਰ ਵੀ ਨਹੀਂ ਪਾਓਗੇ। ਮੈਂ ਉਸ ਦੀ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਈ ਅਤੇ ਚੁੱਪ ਹੋ ਗਈ। ਜਦੋਂ ਮੈਂ ਸੱਸ ਤੋਂ ਧਿਆਨ ਹਟਾ ਕੇ ਨਣਦ ਵੱਲ ਮੁੜਿਆ ਤਾਂ ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਉਹ ਆਪਣੀ ਮਾਂ ਨਾਲ ਕਮਰੇ ਵਿੱਚ ਸੌਣ ਤੋਂ ਵੀ ਡਰਦੀ ਸੀ। ਸਵੇਰੇ ਉਹ ਡਰਦੀ ਹੋਈ ਕਮਰੇ ਤੋਂ ਬਾਹਰ ਆ ਜਾਂਦੀ ਸੀ ਅਤੇ ਰਾਤ ਨੂੰ ਵੀ ਉਹ ਮੇਰੇ ਕੋਲ ਬਹੁਤ ਦੇਰ ਤੱਕ ਬੈਠੀ ਰਹਿੰਦੀ ਸੀ ਤਾਂ ਜੋ ਉਹ ਆਪਣੇ ਕਮਰੇ ਵਿੱਚ ਦੇਰ ਨਾਲ ਜਾਵੇ, ਜਾਂ ਸ਼ਾਇਦ ਉਹ ਕਮਰੇ ਵਿੱਚ ਬਿਲਕੁਲ ਨਹੀਂ ਜਾਣਾ ਚਾਹੁੰਦੀ ਸੀ। ਇਹ ਸਥਿਤੀ ਦੇਖ ਕੇ ਮੈਨੂੰ ਕੁਝ ਗਲਤ ਲੱਗਾ ਅਤੇ ਮੈਂ ਪੱਕਾ ਇਰਾਦਾ ਕਰ ਲਿਆ ਕਿ ਮੈਂ ਆਪਣੀ ਸੱਸ ਦਾ ਰਾਜ ਜਾਣ ਕੇ ਰਹਾਂਗੀ। ਇੱਕ ਦੋ ਵਾਰ ਮੈਂ ਆਪਣੀ ਨਣਦ ਨੂੰ ਵੀ ਪੁੱਛਣ ਦੀ ਕੋਸ਼ਿਸ਼ ਕੀਤੀ। ਉਹ ਮੈਨੂੰ ਕੁਝ ਕਹਿਣਾ ਚਾਹੁੰਦੀ ਸੀ, ਪਰ ਬੋਲਦੀ ਬੋਲਦੀ ਉਹ ਚੁੱਪ ਹੋ ਜਾਂਦੀ ਸੀ।
ਮੇਰੇ ਅੰਦਰ ਇੱਕ ਅਜੀਬ ਜਿਹੀ ਹਲਚਲ ਮਚ ਗਈ। ਮੈਨੂੰ ਇਹ ਗੱਲ ਹਜ਼ਮ ਨਾ ਹੋ ਸਕੀ ਅਤੇ ਮੈਂ ਇਹ ਗੱਲ ਆਪਣੇ ਪਤੀ ਨੂੰ ਵੀ ਨਹੀਂ ਕਹਿ ਸਕੀ। ਇਸ ਲਈ ਮੈਂ ਸੰਜਮ ਨਾਲ ਆਪਣਾ ਜੀਵਨ ਬਤੀਤ ਕਰਨ ਲੱਗੀ। ਪਰ ਰੱਬ ਨੇ ਆਪ ਹੀ ਉਸ ਭੇਤ ਨੂੰ ਜਾਣਨ ਦਾ ਮੌਕਾ ਮੇਰੀ ਝੋਲੀ ਵਿੱਚ ਪਾ ਦਿੱਤਾ। ਮੇਰੇ ਪਤੀ ਨੇ ਕਿਸੇ ਕੰਮ ਲਈ ਸ਼ਹਿਰ ਜਾਣਾ ਸੀ, ਇਸ ਲਈ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਮੈਂ ਆਪਣੇ ਨਣਦ ਨੂੰ ਅੱਜ ਰਾਤ ਮੇਰੇ ਨਾਲ ਮੇਰੇ ਕਮਰੇ ਵਿੱਚ ਸੌਣ ਲਈ ਕਿਹਾ। ਉਹ ਜਲਦੀ ਹੀ ਮੰਨ ਗਈ ਅਤੇ ਖੁਸ਼ੀ-ਖੁਸ਼ੀ ਮੇਰੇ ਕਮਰੇ ਵਿੱਚ ਆ ਕੇ ਸੌਂ ਗਈ। ਜਦੋਂ ਉਹ ਸੌਂ ਗਈ ਤਾਂ ਮੈਂ ਚੋਰੀ ਛਿਪੇ ਆਪਣੀ ਸੱਸ ਦੇ ਕਮਰੇ ਵਿੱਚ ਚਲੀ ਗਈ। ਮੈਂ ਆਪਣੀ ਨਣਦ ਦੀ ਥਾਂ ਲੇਟ ਗਈ ਅਤੇ ਚਾਦਰ ਨਾਲ ਆਪਣਾ ਮੂੰਹ ਢੱਕ ਲਿਆ ਅਤੇ ਸੌਣ ਵਾਂਗ ਐਕਟਿੰਗ ਕਰਨ ਲੱਗੀ। ਪਰ ਮੈਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਮੈਂ ਗੂੜੀ ਨੀਂਦ ਵਿੱਚ ਸੌਂ ਗਈ। ਜਦੋਂ ਮੈਂ ਸਵੇਰੇ ਉੱਠੀ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮੈਂ ਇੰਨੀ ਠੰਡ ਵਿੱਚ ਮੇਰੀ ਸੱਸ ਅੱਖਾਂ ਬੰਦ ਕਰਕੇ ਜ਼ਮੀਨ ਤੇ ਬੈਠੀ ਸੀ ਅਤੇ ਮੇਰੇ ਵਿਆਹ ਦਾ ਲਹਿੰਗਾ ਉਹਨਾਂ ਦੇ ਕੋਲ ਪਿਆ ਸੀ, ਜਿਸ ਵਿੱਚ ਥਾਂ-ਥਾਂ ਕਈ ਛੇਕ ਸਨ। ਇਹ ਦੇਖ ਕੇ ਮੇਰੇ ਹੋਸ਼ ਉੱਡ ਗਏ ਕਿ ਇਹ ਕੀ ਹੋ ਰਿਹਾ ਸੀ। ਸੱਸ ਅੱਖਾਂ ਬੰਦ ਕਰਕੇ ਬੈਠੀ ਸੀ ਤੇ ਮੈਂ ਝੱਟ ਉੱਠ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੀ। ਅਚਾਨਕ ਮੇਰੇ ਮੋਚ ਆ ਗਈ। ਮੈਂ ਉਸ ਸਮੇਂ ਆਪਣੀ ਸੱਸ ਤੋਂ ਬਹੁਤ ਡਰ ਰਹੀ ਸੀ। ਮੈਨੂੰ ਉਸ ਕਮਰੇ ਵਿੱਚ ਬਹੁਤ ਖਤਰਾ ਮਹਿਸੂਸ ਹੋ ਰਿਹਾ ਸੀ। ਅਚਾਨਕ ਮੇਰੀ ਸੱਸ ਨੇ ਅੱਖਾਂ ਖੋਲ੍ਹੀਆਂ। ਉਹਨਾਂ ਦੀਆਂ ਅੱਖਾਂ ਖੂਨ ਵਾਂਗ ਲਾਲ ਹੋ ਰਹੀਆਂ ਸਨ ਅਤੇ ਮੈਨੂੰ ਕਹਿਣ ਲੱਗ ਪਈ, ਮੈਂ ਤੈਨੂੰ ਆਪਣੇ ਕਮਰੇ ਵਿੱਚ ਨਾ ਆਉਣ ਤੋਂ ਮਨਾ ਕੀਤਾ ਸੀ, ਫਿਰ ਤੂੰ ਕਿਉਂ ਆਈ? ਸੱਸ ਦੀ ਆਵਾਜ਼ ਬਹੁਤ ਖਤਰਨਾਕ ਲੱਗ ਰਹੀ ਸੀ ਅਤੇ ਉਹਨਾਂ ਦੇ ਮੂੰਹੋਂ ਬਹੁਤ ਬਦਬੂ ਆ ਰਹੀ ਸੀ। ਮੈਂ ਕਿਹਾ, ਮਾਤਾ ਜੀ, ਮੈਨੂੰ ਮਾਫ਼ ਕਰ ਦਿਓ। ਮੈਂ ਫਿਰ ਕਦੇ ਤੁਹਾਡੇ ਕਮਰੇ ਵਿੱਚ ਨਹੀਂ ਆਵਾਂਗੀ ਅਤੇ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨੂੰ ਮੰਨਾਂਗੀ। ਮੈਂ ਬਹੁਤ ਡਰੀ ਹੋਈ ਸੀ। ਉਸ ਸਮੇਂ ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਅਤੇ ਜੇਕਰ ਉਹ ਮੈਨੂੰ ਕੁਝ ਵੀ ਕਹਿੰਦੀ ਤਾਂ ਮੈਂ ਕਰ ਦਿੰਦੀ। ਉਸ ਨੇ ਮੈਨੂੰ ਕਿਹਾ ਕਿ ਇਹ ਠੀਕ ਹੈ। ਮੈਂ ਮਾਫ਼ ਕਰ ਦਿੱਤਾ। ਪਰ ਮੈਨੂੰ ਦੱਸੋ ਕਿ ਤੁਸੀਂ ਕਿਸ ਦੀ ਜਸੂਸੀ ਵਿੱਚ ਲੱਗੇ ਹੋਏ ਹੋ? ਮੇਰੀ ਸੱਸ ਨੇ ਮੈਨੂੰ ਰੋਹਬ ਨਾਲ ਪੁੱਛਿਆ ਤਾਂ ਮੈਂ ਰੋਣ ਲੱਗ ਪਈ ਕਿ ਕੁਝ ਨਹੀਂ ਹੋਇਆ, ਮੈਂ ਤਾਂ ਇੱਥੇ ਸੌਣ ਆਈ ਹਾਂ। ਕਿਰਪਾ ਕਰਕੇ ਮੈਨੂੰ ਇੱਥੋਂ ਚਲੇ ਜਾਣ ਦਿਓ। ਇਸ ਤੋਂ ਪਹਿਲਾਂ ਕਿ ਮਾਂ ਮੈਨੂੰ ਦੁਬਾਰਾ ਜਵਾਬ ਦਿੰਦੀ, ਅਚਾਨਕ ਦਰਵਾਜ਼ਾ ਖੁੱਲ੍ਹਿਆ ਅਤੇ ਮੇਰਾ ਪਤੀ ਅੰਦਰ ਆਇਆ। ਮੈਂ ਉਹਨਾਂ ਨੂੰ ਦੇਖ ਕੇ ਬੇਹੋਸ਼ ਹੋ ਗਈ। ਫਿਰ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਮੈਂ ਕਿੱਥੇ ਹਾਂ ਅਤੇ ਕਿੱਥੇ ਨਹੀਂ। ਕਰੀਬ 7 ਘੰਟੇ ਬਾਅਦ ਜਦੋਂ ਮੈਨੂੰ ਹੋਸ਼ ਆਇਆ ਤਾਂ ਮੇਰੀ ਨਣਦ ਅਤੇ ਮੇਰਾ ਪਤੀ ਮੇਰੇ ਕੋਲ ਬੈਠੇ ਸਨ। ਜਿਵੇਂ ਹੀ ਮੈਂ ਉਸ ਨੂੰ ਦੇਖਿਆ, ਮੈਂ ਫਿਰ ਚੀਕਣਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਮਾਫ਼ ਕਰ ਦਿਓ, ਮੈਂ ਕੁਝ ਨਹੀਂ ਜਾਣਨਾ ਚਾਹੁੰਦੀ। ਹੁਣ ਮੈਂ ਅਜਿਹਾ ਕੁਝ ਨਹੀਂ ਕਰਾਂਗੀ ਅਤੇ ਨਾ ਹੀ ਮਾਂ ਦੇ ਕਮਰੇ ਵਿੱਚ ਜਾਵਾਂਗੀ। ਮੇਰੀ ਨਣਦ ਮੇਰੇ ਵੱਲ ਆਈ ਅਤੇ ਉਸਨੇ ਮੈਨੂੰ ਪੀਣ ਲਈ ਪਾਣੀ ਦਿੱਤਾ ਅਤੇ ਮੇਰੀ ਪਿੱਠ ਤੇ ਹੱਥ ਫੇਰਨ ਲੱਗੀ। ਕੁਝ ਦੇਰ ਬਾਅਦ ਜਦੋਂ ਮੈਂ ਹੋਸ਼ ਵਿੱਚ ਆਈ ਤਾਂ ਮੈਂ ਰਿਤੇਸ਼ ਦਾ ਹੱਥ ਫੜ ਕੇ ਪੁੱਛਿਆ, ਰਿਤੇਸ਼, ਤੈਨੂੰ ਮੇਰੀ ਸਹੁੰ, ਮੈਨੂੰ ਸਭ ਕੁਝ ਦੱਸ, ਸੱਚਮੁੱਚ ਕੀ ਹੋ ਰਿਹਾ ਸੀ? ਰਿਤੇਸ਼ ਮੇਰੀ ਗੱਲ ਤੇ ਕੁਝ ਦੇਰ ਚੁੱਪ ਰਿਹਾ ਅਤੇ ਕਹਿਣ ਲੱਗਾ ਕਿ ਮਾਸੀ, ਜਿਸ ਨੂੰ ਤੁਸੀਂ ਵੱਡੀ ਅੰਮਾ ਕਹਿੰਦੇ ਹੋ, ਉਹ ਅਤੇ ਮੇਰੀ ਮਾਂ ਦੋਵੇਂ ਅਸਲੀ ਭੈਣਾਂ ਹਨ ਅਤੇ ਮੇਰੀ ਮਾਸੀ ਨੂੰ ਕੋਈ ਤਾਂਤਰਿਕ ਬਾਬਾ ਮਿਲ ਗਿਆ ਜਿਸ ਕੋਲ ਰਹਿ ਕੇ ਉਸਨੇ ਕੋਈ ਕਾਲਾ ਜਾਦੂ ਸਿੱਖ ਲਿਆ। ਇਹ ਉਦੋਂ ਹੋਇਆ ਜਦੋਂ ਉਹਨਾਂ ਦਾ ਵਿਆਹ ਸੀ। ਉਸ ਦੇ ਘਰ ਵਿੱਚ ਉਸ ਦੇ ਪਤੀ ਤੋਂ ਇਲਾਵਾ ਕੋਈ ਨਹੀਂ ਸੀ। ਇਸ ਲਈ ਉਸ ਨੇ ਲੁਕ ਛਿਪ ਕੇ ਕਾਲਾ ਜਾਦੂ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਸ ਦੇ ਕਦੇ ਕੋਈ ਔਲਾਦ ਨਹੀਂ ਹੋਈ। ਜਦੋਂ ਉਸ ਦੇ ਪਤੀ ਨੂੰ ਉਸ ਦੀਆਂ ਹਰਕਤਾਂ ਬਾਰੇ ਪਤਾ ਲੱਗਾ ਤਾਂ ਉਸ ਨੇ ਉਸ ਨੂੰ ਤਲਾਕ ਦੇ ਦਿੱਤਾ। ਫਿਰ ਉਹ ਸਾਡੇ ਘਰ ਆ ਕੇ ਰਹਿਣ ਲੱਗ ਪਈ। ਪਰ ਮੇਰੀ ਮਾਂ ਨੇ ਕਿਸੇ ਨੂੰ ਇਹ ਨਾ ਦੱਸਣ ਦੀ ਮਨਾਹੀ ਕਰ ਦਿੱਤੀ ਕਿ ਉਹ ਉਸ ਦੀ ਭੈਣ ਹੈ। ਉਹ 2-4 ਪਿੰਡਾਂ ਵਿੱਚ ਜਾ ਕੇ ਖਾਣਾ ਪੀਣ ਦਾ ਸਮਾਨ ਲੈ ਕੇ ਆਉਂਦੀ ਸੀ, ਇਹ ਕਹਿ ਕੇ ਉਹ ਵਿਧਵਾ ਅਤੇ ਗਰੀਬ ਹੈ। ਉਸ ਦੀ ਇਸ ਗੱਲ ਤੇ ਲੋਕ ਵੀ ਉਸ ਦੀ ਮਦਦ ਕਰਦੇ ਸਨ। ਇਸੇ ਤਰ੍ਹਾਂ ਹੋਰ ਵੀ ਔਰਤਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲੱਗੀ। ਉਹ ਆਪਣੇ ਕਾਲੇ ਜਾਦੂ ਨਾਲ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਕਰ ਦਿੰਦੀ ਸੀ। ਇਸ ਦੌਰਾਨ ਮੈਂ ਤੁਹਾਨੂੰ ਪਸੰਦ ਕੀਤਾ, ਇਸ ਲਈ ਮੈਂ ਆਪਣੀ ਮਾਸੀ ਤੋਂ ਮਦਦ ਮੰਗੀ। ਉਹ ਬਹਾਨੇ ਨਾਲ ਤੁਹਾਨੂੰ ਮਠਾਈ ਖਵਾਉਣ ਲੱਗੀ। ਤੁਹਾਡੇ ਪਰਿਵਾਰਕ ਮੈਂਬਰਾਂ ਨੇ ਵੀ ਉਹੀ ਮਿੱਠਾ ਖਾਧਾ ਜਿਸ ਤੇ ਜਾਦੂ ਕੀਤਾ ਗਿਆ ਸੀ ਅਤੇ ਤੁਸੀਂ ਅਤੇ ਤੁਹਾਡੇ ਪਰਿਵਾਰ ਦੇ ਮੈਂਬਰ ਮੇਰੇ ਰਿਸ਼ਤੇ ਲਈ ਤਿਆਰ ਹੋ ਗਏ ਸੀ। ਇੱਕ ਪਾਸੇ ਤਾਂ ਮੇਰੀ ਮਾਸੀ ਨੇ ਮੈਨੂੰ ਯਕੀਨ ਦਿਵਾਇਆ ਕਿ ਮੇਰਾ ਵਿਆਹ ਤੇਰੇ ਨਾਲ ਹੀ ਹੋਵੇਗਾ, ਪਰ ਦੂਜੇ ਪਾਸੇ ਮੇਰੀ ਮਾਂ ਤੈਨੂੰ ਪਸੰਦ ਨਹੀਂ ਸੀ ਕਰਦੀ। ਮਾਸੀ ਨੇ ਨਾ ਕਰ ਦਿੱਤੀ, ਪਰ ਮੇਰੀ ਜਿੱਦ ਅੱਗੇ ਮੇਰੀ ਮਾਂ ਝੁਕ ਗਈ। ਫਿਰ ਉਸਨੇ ਤੁਹਾਨੂੰ ਆਪਣਾ ਵਿਆਹ ਦਾ ਲਹਿੰਗਾ ਦਿੱਤਾ ਅਤੇ ਉਹ ਲਹਿੰਗਾ ਮੇਰੀ ਮਾਂ ਨੂੰ ਵਾਪਸ ਕਰ ਦਿੱਤਾ। ਮੇਰੀ ਮਾਂ ਨੂੰ ਵੀ ਕਾਲਾ ਜਾਦੂ ਕਰਨਾ ਆਉਂਦਾ ਹੈ, ਇਸ ਲਈ ਉਸਨੇ ਮਾਸੀ ਦੀ ਮਦਦ ਨਾਲ ਤੁਹਾਡੇ ਲਹਿੰਗੇ ਤੇ ਜਾਦੂ ਕਰਨਾ ਸ਼ੁਰੂ ਕਰ ਦਿੱਤਾ
ਤਾਂ ਜੋ ਤੁਹਾਡੇ ਕਦੇ ਬੱਚਾ ਨਾ ਹੋਵੇ ਅਤੇ ਮੈਂ ਤੁਹਾਨੂੰ ਆਪਣੇ ਆਪ ਛੱਡ ਦੇਵਾਂ, ਜਾਂ ਤੁਸੀਂ ਆਪ ਹੀ ਮੇਰੇ ਤੋਂ ਤਲਾਕ ਲੈ ਲਵੋ। ਪਤਾ ਨਹੀਂ ਕਿਹੜੇ ਪਿੰਡ ਵਿੱਚ ਕਾਲਾ ਜਾਦੂ ਕਰ ਰਹੀ ਹੈ ਅਤੇ ਪਤਾ ਨਹੀਂ ਕਦੋਂ ਵਾਪਸ ਆਵੇਗੀ। ਇਸੇ ਲਈ ਮਾਸੀ ਨੇ ਮੇਰੀ ਮਾਂ ਨੂੰ ਉਹ ਕਾਲਾ ਦੁਪੱਟਾ ਦਿੱਤਾ ਹੈ ਜਿਸ ਵਿੱਚ ਕਾਲੇ ਜਾਦੂ ਦਾ ਅਸਰ ਹੈ। ਮਾਂ ਉਸ ਦੁਪੱਟੇ ਨੂੰ ਹਰ ਰੋਜ਼ ਬੰਨ੍ਹਦੀ ਹੈ ਅਤੇ ਤੁਹਾਡੇ ਵਿਆਹ ਦੇ ਲਹਿੰਗੇ ਤੇ ਕਾਲਾ ਜਾਦੂ ਕਰਦੀ ਹੈ ਤਾਂ ਜੋ ਤੁਹਾਡੇ ਕਦੇ ਬੱਚੇ ਨਾ ਹੋਣ। ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ। ਜਦੋਂ ਮੈਂ ਸਵੇਰੇ ਵਾਪਸ ਆਇਆ ਤਾਂ ਮੇਰੀ ਭੈਣ ਇੱਥੇ ਸੁੱਤੀ ਹੋਈ ਸੀ। ਮੈਂ ਤੁਹਾਡੇ ਬਾਰੇ ਪੁੱਛਿਆ, ਇਸ ਲਈ ਮੈਂ ਸੋਚਿਆ ਕਿ ਮਾਂ ਤੁਹਾਡੇ ਨਾਲ ਕੁਝ ਗਲਤ ਨਾ ਕਰਦੇ ਕਿਉਂਕਿ ਉਹ ਮੇਰੇ ਵਿਆਹ ਤੇ ਵਿਰੁੱਧ ਸੀ। ਜਦੋਂ ਮੈਂ ਤੁਹਾਨੂੰ ਉੱਥੇ ਬੇਹੋਸ਼ ਦੇਖਿਆ ਅਤੇ ਮਾਂ ਦੇ ਸਾਹਮਣੇ ਹੱਥ ਜੋੜਿਆ ਤਾਂ ਮੈਂ ਸਮਝ ਗਿਆ ਕਿ ਮਾਂ ਤੁਹਾਡੇ ਤੇ ਜਾਦੂ ਕਰ ਰਹੀ ਹੈ। ਅੱਜ ਤੋਂ ਨਹੀਂ, ਇਹ ਜਾਦੂ ਤੁਹਾਡੇ ਵਿਆਹ ਦੇ ਪਹਿਲੇ ਦਿਨ ਤੋਂ ਹੀ ਚੱਲ ਰਿਹਾ ਸੀ। ਇਹ ਗੱਲ ਮੈਨੂੰ ਮੇਰੀ ਭੈਣ ਮੀਨਾ ਨੇ ਵੀ ਦੱਸੀ ਸੀ। ਇਸੇ ਲਈ ਤੇਰਾ ਦਿਲ ਮੇਰੇ ਅਤੇ ਮੇਰੇ ਪਰਿਵਾਰ ਵਾਲਿਆਂ ਦੇ ਨਾਲ-ਨਾਲ ਮਾਸੀ ਤੋਂ ਵੀ ਖੱਟਾ ਹੋ ਗਿਆ ਸੀ। ਪਰ ਅੱਜ ਮੈਂ ਤੁਹਾਨੂੰ ਸਾਰੀ ਸੱਚਾਈ ਦੱਸ ਦਿੱਤੀ ਹੈ। ਹੁਣ ਤੁਸੀਂ ਚਾਹੋ ਤਾਂ ਮੇਰੇ ਨਾਲ ਰਹਿ ਸਕਦੇ ਹੋ ਜਾਂ ਤੁਸੀਂ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੇ, ਇਹ ਤੁਹਾਡੀ ਮਰਜ਼ੀ ਹੈ। ਮੈਂ ਮੰਨਦਾ ਹਾਂ ਕਿ ਮੈਂ ਤੁਹਾਡੇ ਨਾਲ ਬਹੁਤ ਗਲਤ ਕੀਤਾ ਹੈ, ਪਰ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਪਲਕ ਝਪਕਾਏ ਬਿਨਾਂ ਕੁਝ ਪਲ ਰਿਤੇਸ਼ ਵੱਲ ਦੇਖਦੀ ਰਹੀ। ਉਸ ਸਮੇਂ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਹਮੇਸ਼ਾ ਰਿਤੇਸ਼ ਦੇ ਨਾਲ ਹੀ ਰਹਾਂਗੀ, ਪਰ ਮੈਂ ਕਾਲੇ ਜਾਦੂ ਰਾਹੀਂ ਪ੍ਰਾਪਤ ਕੀਤੇ ਪਿਆਰ ਤੇ ਆਪਣੀ ਜ਼ਿੰਦਗੀ ਦੀ ਆਧਾਰ ਤੇ ਨਹੀਂ ਰੱਖ ਸਕਦੀ ਸੀ। ਰਿਤੇਸ਼ ਨੇ ਮੇਰੇ ਕੋਲ ਬਹੁਤ ਸਹੁੰ ਖਾਧੀ ਕਿ ਉਹ ਆਪਣੀ ਮਾਂ ਨੂੰ ਛੱਡ ਦੇਵੇਗਾ, ਉਹ ਆਪਣੀ ਮਾਸੀ ਨੂੰ ਵੀ ਛੱਡ ਦੇਵੇਗਾ। ਹੁਣ ਭਾਵੇਂ ਉਹ ਮੇਰੇ ਲਈ ਉਹਨਾਂ ਨੂੰ ਛੱਡ ਦਿੰਦਾ, ਮੇਰੀ ਜ਼ਿੰਦਗੀ ਖਰਾਬ ਹੋ ਗਈ ਸੀ ਅਤੇ ਮੈਂ ਉਹਨਾਂ ਨੂੰ ਛੱਡ ਕੇ ਆਪਣੇ ਘਰ ਵਾਪਸ ਆ ਗਈ। ਜਾਂਦੇ ਸਮੇਂ ਮੈਂ ਰਿਤੇਸ਼ ਦੀ ਭੈਣ ਮੀਨਾ ਨੂੰ ਪੁੱਛਿਆ ਕਿ ਕੀ ਤੁਸੀਂ ਇਸ ਦਲਦਲ ਵਿੱਚ ਰਹਿਣਾ ਚਾਹੁੰਦੇ ਹੋ ਅਤੇ ਜੇਕਰ ਤੁਸੀਂ ਨਹੀਂ ਰਹਿਣਾ ਚਾਹੁੰਦੇ ਤਾਂ ਤੁਸੀਂ ਮੇਰੇ ਨਾਲ ਆ ਸਕਦੇ ਹੋ। ਕਿਉਂਕਿ ਮੇਰੀ ਕੋਈ ਛੋਟੀ ਭੈਣ ਨਹੀਂ ਹੈ ਤਾਂ ਮੈਂ ਭੈਣਾਂ ਵਾਂਗ ਤੁਹਾਡੀ ਦੇਖਭਾਲ ਕਰਾਂਗੀ। ਮੈਂ ਆਪਣੀ ਸੱਸ ਦੀਆਂ ਹਰਕਤਾਂ ਤੇ ਪਹਿਲਾਂ ਹੀ ਪੁਲਿਸ ਨੂੰ ਬੁਲਾ ਲਿਆ ਸੀ ਅਤੇ ਵੱਡੀ ਅੰਮਾ ਬਾਰੇ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਵੱਡੀ ਅੰਮਾ ਵਾਪਸ ਆ ਕੇ ਹੰਗਾਮਾ ਕਰੇ। ਮੀਨਾ ਮੇਰੇ ਨਾਲ ਮੇਰੇ ਘਰ ਆਈ ਅਤੇ ਹੁਣ ਮੇਰਾ ਰਿਤੇਸ਼ ਤੋਂ ਤਲਾਕ ਹੋ ਗਿਆ ਹੈ। ਇਸ ਦੌਰਾਨ ਮੇਰੇ ਪਰਿਵਾਰ ਮੈਂਬਰਾਂ ਨੇ ਮੀਨਾ ਲਈ ਚੰਗਾ ਲੜਕਾ ਦੇਖ ਕੇ ਵਿਆਹ ਕਰਵਾ ਦਿੱਤਾ। ਮੀਨਾ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹੈ ਅਤੇ ਮੈਨੂੰ ਵੀ ਉਮੀਦ ਹੈ ਕਿ ਕਿਤੇ ਨਾ ਕਿਤੇ ਮੇਰੀ ਜ਼ਿੰਦਗੀ ਵਿੱਚ ਮੇਰਾ ਵੀ ਹਿੱਸਾ ਹੋਵੇਗਾ। ਇਸ ਲਈ ਮੈਂ ਵੀ ਆਪਣੀ ਆਉਣ ਵਾਲੀ ਜ਼ਿੰਦਗੀ ਤੋਂ ਵੱਡੀਆਂ ਉਮੀਦਾਂ ਲੈ ਕੇ ਬੈਠੀ ਹਾਂ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਨੋਟੀਫਿਕੇਸ਼ਨ ਬਟਨ ਨੂੰ ਜ਼ਰੂਰ ਦਬਾਇਓ।